ਸਵਾਗਤ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਮਨਪ੍ਰੀਤ ਰੰਧਾਵਾ। ਵੈਲਕਮ ਮਨਪ੍ਰੀਤ ਜੀ। ਰੰਧਾਵਾ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਮਨਪ੍ਰੀਤ ਜੀ, ਮੈਂ ਸਰੋਤਿਆਂ ਨੂੰ, ਦਰਸ਼ਕਾਂ ਨੂੰ ਬੇਨਤੀ ਕਰਨਾ ਚਾਹੁੰਦਾ ਹੈ ਕਿ ਉਹ ਆਪਣੀ ਸੁਰਤੀ ਇਕਾਗਰ ਕਰਨ ਔਰ ਚੇਤਿਆਂ ਨੂੰ ਜਰਾ ਸਾਣ ਤੇ ਲਾਉਣ। ਜੇ ਕੁਝ ਮੰਜ਼ਰ ਸਾਹਮਣੇ ਦੇਖੀਏ ਕੱਲ ਦੇ, ਤਾਂ ਸਿਆਸਤ ਨੂੰ ਸਹੀ ਦਿਸ਼ਾ ਦੇ ਵਿੱਚ ਦੇਖਣਾ ਸੌਖਾ ਹੋ ਜਾਊਗਾ। ਜਗ੍ਹਾ ਹੈ, ਸਥਾਨ ਹੈ ਆਨੰਦਪੁਰ ਸਾਹਿਬ, ਗੁਰੂਆਂ ਦੀ ਵਰਸਾਈ ਧਰਤੀ ਉਹ ਜੂਆਂ, ਜਿੱਥੇ ਵਿਚਾਰ ਨਾਲ, ਇੱਕ ਕਮਿਟਮੈਂਟ ਨਾਲ ਇੱਕ ਵਿਪਰੀਤ ਧਾਰਾ ਨੂੰ ਮੋੜ ਲਿਆ ਜਾਂਦਾ ਹੈ। ਮੈਂ ਗੱਲ ਕਰ ਰਿਹਾ ਉਹਨਾਂ ਔਰਤਾਂ ਦੀ, ਉਹਨਾਂ ਬੀਬੀਆਂ ਦੀ, ਕਿਸਾਨਾਂ ਦੀ, ਜਿਨ੍ਹਾਂ ਨੇ ਕੰਗਣਾ ਨੂੰ ਮਜਬੂਰ ਕਰਤਾ ਇੱਕ ਵਿਚਾਰ ਨਾਲ ਤੁਰਨ ਲਈ। ਥੋੜੀ ਦੂਰ ਤੇ ਸਾਡੀ ਵਿਧਾਨ ਸਭਾ ਹੈ, ਜਿੱਥੇ ਵਿਚਾਰ ਹੋਣਾ ਹੁੰਦਾ ਹੈ ਉੱਥੇ ਹੱਥੋਂ ਪਾਈ ਹੋ ਰਹੀ ਹੈ। ਜੇ ਥੋੜਾ ਜਿਹਾ ਇਸ ਤੋਂ ਅੱਗੇ ਜਾਓਗੇ ਤਾਂ ਉਸੇ ਵਿਧਾਨ ਸਭਾ ਦੇ ਵਿੱਚ ਇੱਕ MLA ਦੀ, ਇੱਕ ਮੈਂਬਰ ਦੀ, ਜਿਹਨੇ ਵਿਚਾਰ 'ਚ ਸ਼ਾਮਲ ਹੋਣਾ ਹੈ, ਉਹਦੀ ਕੋਈ ਵੁਕਤ ਨਹੀਂ, ਇਹ ਕਹਿ ਕੇ ਕੰਵਰ ਸੰਧੂ ਸਿਆਸਤ ਵਿੱਚੋਂ ਵਾਪਸ ਚਲੇ ਜਾਂਦੇ ਆ ਤੇ ਉਹਦੀ ਕੋਈ ਸੁਰਖੀ ਨਹੀਂ ਬਣਦੀ। ਸਾਡੇ ਸਮੇਤ ਸੁਰਖੀ ਬਣਦੀ ਆ ਪੰਜਾਬ ਭਵਨ ਦੇ ਉਸ ਮੰਜ਼ਰ ਦੀ, ਜਿੱਥੇ ਸਿੱਧੂ ਮੂਸੇਵਾਲੇ ਸ਼ਾਮਲ ਹੋ ਰਹੇ ਆ। ਤੇ ਇਹਦੇ ਨਾਲ ਹੀ ਸ਼ਾਮਲ ਕਰਨ ਵਾਲੇ ਉਹ ਆ ਜਿਹੜੇ ਸੰਜੀਦਾ ਪੋਲਿਟਿਕਸ ਦੇ ਪੈਰੋਕਾਰ ਦੱਸਦੇ ਆ, ਜਿਹੜੇ ਏਜੰਡਾ ਪੰਜਾਬ ਦੀ ਗੱਲ ਕਰ ਰਹੇ ਆ, ਜਿਹੜੇ ਕਹਿ ਰਹੇ ਆ ਕਿ ਮੈਂ ਤੁਹਾਡੀਆਂ ਮੁਸ਼ਕਲਾਂ ਦਾ ਹੱਲ ਕਰੂੰਗਾ। ਨਵਜੋਤ ਸਿੰਘ ਸਿੱਧੂ ਬਹੁਤ ਵੱਡੀ ਪ੍ਰਾਪਤੀ ਇਸ ਗੱਲ ਨੂੰ ਦੱਸ ਰਿਹਾ ਤੇ ਪੰਜਾਬ ਭਵਨ ਤੋਂ ਮਹਿਜ ਕੁਝ ਕਦਮਾਂ ਤੇ ਕੰਵਰ ਸੰਧੂ ਦਾ ਘਰ ਆ ਤੇ ਇੱਕ ਕਿਸੇ ਵੀ ਪੋਲੀਟੀਸ਼ੀਅਨ ਤੋਂ ਜਾ ਕੇ ਇਹ ਨਹੀਂ ਸਰਿਆ ਕਿ ਸਿਆਸਤ ਦੇ ਵਿੱਚ ਇੱਕ ਸੰਜੀਦਾ ਚਿਹਰਾ ਨਿਰਾਸ਼ ਹੋ ਕੇ ਵਾਪਸ ਪਰਤ ਰਿਹਾ ਤੇ ਅਸੀਂ ਇਹਦੇ ਅਲੰਬਰਦਾਰ ਬਣੇ ਫਿਰਦੇ ਹਾਂ। ਅਸੀਂ ਜਾ ਕੇ ਪੁੱਛੀਏ ਤੇ ਸਹੀ, ਗੱਲ ਤਾਂ ਕਰੀਏ। ਸਿਆਸਤ ਦਾ ਇੱਕ ਰੂਪ ਚਿਹਰਾ ਜਿਹੜਾ ਹੁੰਦਾ ਜਾਂਦਾ, ਉਹ ਕਰੂਪਤਾ ਤੋਂ ਬਚਣ ਲਈ ਆਪਣੇ ਹਿੱਸੇ ਦੀ ਜ਼ਿੰਮੇਵਾਰੀ ਨਿਭਾਈਏ। ਮੈਂ ਉਹ ਲੋਕ ਜਿਹੜੇ ਸਮਝਦੇ ਆ ਕਿ ਸਾਡੀ ਸਿਆਸਤਾਂ ਦੇ ਵਿੱਚ ਇੱਟ ਲੱਗੀ ਆ, ਸਾਡਾ ਕਿੱਲਾ ਤਾਂ ਗੱਡਿਆ ਰਹਿਣਾ, ਮੈਂ ਉਹਨਾਂ ਨੂੰ ਯਾਦ ਕਰਾਉਣਾ ਚਾਹੂੰਗਾ ਸਰਦਾਰ ਸਰਜੀਤ ਸਿੰਘ ਬਰਨਾਲਾ। ਉਹਨਾਂ ਦੇ ਨਾਲ ਕਈ ਵਿਸੰਗਤੀਆਂ ਹੋ ਸਕਦੀਆਂ ਮਨਪ੍ਰੀਤ ਜੀ, ਉਹਨਾਂ ਨੂੰ ਬਹੁਤ ਸਾਰੇ ਮਾਮਲਿਆਂ 'ਚ ਤੁਸੀਂ ਕਟਹਿਰੇ 'ਚ ਖੜਾ ਕਰ ਸਕਦੇ ਹੋ, ਪਰ ਉਹਨਾਂ ਦੇ ਸਮਕਾਲੀਆਂ ਨਾਲ ਗੱਲ ਕੀਤਿਆਂ ਕਿਹਾ ਜਾਂਦਾ ਸੀ ਕਿ ਬੜੇ ਸੋਬਰ ਸੀ, ਬਹੁਤ ਦਾਨਿਸ਼ਮੰਦ ਸੀ, ਬਹੁਤ ਸਮਝਦਾਰ ਸੀ, ਦੂਰ ਅੰਦੇਸ਼ ਸੀਗੇ। ਸੁਰਜੀਤ ਸਿੰਘ ਬਰਨਾਲਾ ਦਾ ਪਰਿਵਾਰ ਅੱਜ ਇੱਕ ਟਿਕਟ ਲਈ ਅਕਾਲੀ ਦਲ ਨਾਲ ਵਿਟਰਿਆ ਹੋਇਆ, ਉਹ ਆਪਣਾ ਹੱਕ ਮੰਨਦੇ ਆ। ਕੌਣ ਮੰਨਦਾ ਹੈ ਕਿ ਜਥੇਦਾਰ ਗੁਰਚਰਨ ਸਿੰਘ ਟੌਹੜਾ, ਜਿਹੜੇ ਕਦੇ ਮੁੱਖ ਮੰਤਰੀ ਬਣਾਉਂਦੇ ਹੁੰਦੇ ਸੀ, ਉਹ ਜਿਹੜੇ ਆਪਣੇ ਖਾਤੇ ਚੋਂ 2-4 ਵਜ਼ੀਰ ਐਂ ਹੀ ਬਣਾ ਦਿੰਦੇ ਹੁੰਦੇ ਸੀ ਤੇ ਕਈ ਟਿਕਟਾਂ ਲੈ ਆਉਂਦੇ ਹੁੰਦੇ ਸੀ। ਉਹਨਾਂ ਦੇ ਪਰਿਵਾਰ ਨੂੰ ਕਈ ਪਾਰਟੀਆਂ ਬਦਲਣੀਆਂ ਪੈ ਰਹੀਆਂ। ਸਿਆਸਤ ਦੇ ਇਹ ਮੰਜ਼ਰ ਕਿ ਪੰਜਾਬ ਦੀ ਪੋਲਿਟਿਕਸ ਦਿੱਲੀ ਸ਼ਿਫਟ ਹੋ ਗਈ, ਭੱਜ ਕੇ ਲੋਕ ਭਾਜਪਾ ਦੇ ਕੰਧਾੜੇ ਚੜ੍ਹਨ ਨੂੰ ਕਾਹਲੇ ਨੇ। ਉਹ ਭਾਜਪਾ ਜਿਹੜੀ ਕੁਝ ਦਿਨ ਪਹਿਲਾਂ ਤੱਕ ਹੱਥ ਲਾਇਆ ਵੀ ਇੰਝ ਲੱਗਦਾ ਸੀ ਭ੍ਰਿਸ਼ਟ ਨਾ ਹੋ ਜਾਈਏ, ਮਾਰੇ ਨਾ ਜਾਈਏ, ਪੋਲਿਟਿਕਸ ਮੁੱਕ ਨਾ ਜਾਵੇ, ਹੁਣ ਲੋਕਾਂ ਨੂੰ ਲੱਗਣ ਲੱਗਿਆ ਕਿ ਸਾਡੀ ਪੋਲਿਟਿਕਸ ਜਿਉਂਦੀ ਉੱਥੇ ਜੱਫੀ ਪਾ ਕੇ ਹੋ ਸਕਦੀ ਆ ਜਾਂ ਗਲ ਦੇ ਵਿੱਚ ਉਹਨਾਂ ਦਾ ਨਿਸ਼ਾਨ ਪਾ ਕੇ। ਸੋ ਇਹ ਸਾਰੇ ਵਰਤਾਰਿਆਂ ਦੇ ਦਰਮਿਆਨ ਕੁਝ ਖਬਰਾਂ ਲੈਂਦੇ ਆ ਕਿ ਅੱਜ ਕਿਸਾਨ ਜਥੇਬੰਦੀਆਂ ਫੈਸਲਾ ਕਰਨਗੀਆਂ ਕਿਸਾਨ ਅੰਦੋਲਨ ਕਿਸ ਦਿਸ਼ਾ 'ਚ ਜਾਣਾ ਹੈ। ਡੱਲੇਵਾਲ ਕਹਿੰਦੇ ਇੱਕ ਗੱਲ ਮਨਾ ਕੇ ਮੁੜਾਂਗੇ, ਉਗਰਾਹਾਂ ਕਹਿੰਦੇ ਨੇ ਇਹ ਹੁਣ ਗੱਲ ਤਾਂ ਮੁੱਕੂ ਜੇ ਸਾਰੀਆਂ ਮੰਗਾਂ ਮੰਨੀਆਂ ਗਈਆਂ। ਹੋਰ ਕਿੰਨੇ ਸਾਰੇ ਸਵਾਲ ਨੇ। ਉਹਨਾਂ ਵੱਲ ਆਉਣ ਤੋਂ ਪਹਿਲਾਂ ਜਿਹੜੀ ਆਪਾਂ ਸ਼ੁਰੂਆਤ ਗੱਲ ਕੀਤੀ ਹੈ, ਮੈਨੂੰ ਉਹਦੇ ਤੇ ਆਪਣੀ ਟਿੱਪਣੀ ਦਿਓ। ਵਾਕਿਆ ਰੰਧਾਵਾ ਜੀ, ਬਹੁਤ ਦੁਖਾਂਤ ਆ ਸਾਡਾ, ਔਰ ਇਸ ਪੰਜਾਬ ਦਾ ਜਿਹੜੀ ਰਾਜਨੀਤੀ ਹੈ, ਸਿਆਸਤ ਹੈ ਇਸ ਪੰਜਾਬ ਦੀ, ਉਹ ਕਿਹੜੇ ਪਾਸੇ ਨੂੰ ਜਾ ਰਹੀ ਹੈ, ਇਹ ਇੱਕ ਤਰ੍ਹਾਂ ਦਾ ਸੰਕੇਤ ਨੇ ਸਾਨੂੰ। ਇਹ ਇੱਕ ਤਰ੍ਹਾਂ ਦਾ ਸਾਨੂੰ ਇਹ ਦਿਖਾਉਂਦੇ ਨੇ ਕਿ ਅਸੀਂ ਕਿੰਨਾ ਸਮਿਆਂ ਦੇ ਵਿੱਚੋਂ ਲੰਘ ਰਹੇ ਹਾਂ। ਇਹ ਜਿਹੜੀ ਤੁਸੀਂ ਗੱਲ ਕੀਤੀ ਹੈ, ਅਸੀਂ ਕੱਲ ਵੀ ਗੱਲ ਕੀਤੀ ਸੀ, ਇੱਕ ਵਿਅਕਤੀ ਦਾ ਜਿਹਨੇ ਸਾਰੀ ਉਮਰ ਪੱਤਰਕਾਰਿਤਾ ਕੀਤੀ ਹੋਵੇ ਔਰ ਬੜੇ ਵੱਡੇ ਪੱਧਰ ਤੇ ਕੀਤੀ ਹੋਵੇ, ਨੈਸ਼ਨਲ ਲੈਵਲ ਤੋਂ ਲੈ ਕੇ ਪੰਜਾਬ ਤੱਕ ਕੀਤੀ ਹੋਵੇ, ਤੇ ਉਹ ਇੱਕ ਇੰਸਪਾਇਰ ਹੋ ਕੇ, ਉਹਨਾਂ ਨੂੰ ਲੱਗਦਾ, ਉਹ ਮੋਟੀਵੇਟ ਹੋ ਕੇ ਇੱਕ ਪਾਰਟੀ ਨੂੰ ਜੁਆਇਨ ਕਰਦੇ ਨੇ, ਲੇਕਿਨ ਜਦੋਂ ਉਹ ਪਾਰਟੀ ਦੇ ਵਿੱਚ ਆਉਂਦੇ ਨੇ ਤੇ ਉਹਨਾਂ ਨੂੰ ਕਦੇ ਵੀ ਕੰਮ ਨਹੀਂ ਕਰਨ ਦਿੱਤਾ ਜਾਂਦਾ। ਜਿਹੜਾ ਪਿਛਲਾ ਪਿਛੋਕੜ ਸੀ, ਇਤਿਹਾਸ ਸੀ, ਉਹ ਮੈਂ ਕੱਲ ਹੀ ਤੁਹਾਨੂੰ ਦੱਸਦਾ ਸੀ। ਉਹ ਨਿਰਾਸ਼ ਹੋ ਕੇ ਵਾਪਸ ਚਲੇ ਜਾਂਦੇ ਨੇ। ਵਾਪਸ ਜਾ ਕੇ ਉਹ ਕਹਿੰਦੇ, ਨਹੀਂ, ਮੇਰਾ ਮਨ ਭਰ ਗਿਆ, ਇਹ ਸਿਆਸਤ ਸ਼ਾਇਦ ਮੇਰੀ ਵੱਸ ਦੀ ਗੱਲ ਨਹੀਂ ਹੈ, ਮੇਰੇ ਤੋਂ ਇਸ ਤਰ੍ਹਾਂ ਦੀ ਸਿਆਸਤ ਨਹੀਂ ਹੋਣੀ। ਪਹਿਲਾਂ ਤਾਂ ਉਹਨਾਂ ਨੂੰ ਸਸਪੈਂਡ ਰੱਖਿਆ ਜਾਂਦਾ ਤੇ ਫਿਰ ਲਗਾਤਾਰ ਉਸੇ ਵਿਧਾਨ ਸਭਾ ਦੀ ਜਿਸ ਦੀ ਤੁਸੀਂ ਗੱਲ ਕਰਦੇ ਆ, ਔਰ ਬਹੁਤ ਤੁਸੀਂ ਸੋਹਣੀ ਗੱਲ ਕਹੀ ਆ ਕਿ ਜਿੱਥੇ ਮਸਲੇ ਆਪਸ ਦੇ ਵਿੱਚ ਵਿਚਾਰ ਵਟਾਂਦਰੇ ਹੋਣੇ ਸੀ,
ਜਿੱਥੇ ਗੋਸ਼ਟੀਆਂ ਹੋਣੀਆਂ ਸੀ, ਜਿੱਥੇ ਡਿਬੇਟਸ ਹੋਣੇ ਸੀ, ਜੀ। ਜਿੱਥੇ ਇੱਕ ਦੂਸਰੇ ਨਾਲ ਵਿਚਾਰਾਂ ਦਾ ਟਕਰਾਅ ਹੋਣਾ ਸੀ, ਹੂੰ। ਉੱਥੇ ਅੱਜ ਕੱਲ ਪਹਿਲੀ ਗੱਲ ਤਾਂ ਤੁਸੀਂ ਦੇਖੋ, ਕੋਈ ਸਰਕਾਰ ਆ ਜੇ, ਉਹ ਇੰਨੇ ਲੰਮੇ ਸੈਸ਼ਨ ਹੀ ਨਹੀਂ ਰੱਖਦੀਆਂ। 2-3 ਦਿਨਾਂ ਦੇ ਵਿੱਚ ਸੈਸ਼ਨ ਮੁਕਾ ਦਿੰਦੀਆਂ। ਜਿਹੜੇ ਬਿੱਲ ਆਉਣੇ ਹੁੰਦੇ ਆ, ਉਹ ਵਿਰੋਧੀ ਧਿਰਾਂ ਨੂੰ ਕਈ ਕਈ ਦਿਨ ਦਿੰਦੇ ਹੀ ਨਹੀਂ, ਐਨ ਮੌਕੇ ਤੇ ਟੇਬਲ ਤੇ ਰੱਖਦੇ ਆ, ਤਾਂ ਕਿ ਉਹ ਪ੍ਰੋਪਰਲੀ ਉਹਨਾਂ ਨੂੰ ਪੜ੍ਹ ਵੀ ਨਾ ਸਕਣ, ਤੇ ਫਿਰ ਫਟਾਫਟ ਬਹਿਸ ਵਿੱਚੋਂ ਜਦੋਂ ਵਾਕਆਊਟ ਕਰ ਜਾਂਦੇ, ਨਾਅਰੇ ਲੱਗ ਜਾਂਦੇ ਆ, ਤੇ ਉਸ ਤੋਂ ਬਾਅਦ ਫਟਾਫਟ ਉਹ ਕਾਨੂੰਨ ਵੀ ਬਣ ਜਾਂਦੇ ਆ। ਇਸੇ ਕਰਕੇ ਹੁਣ ਸਨ 2013 ਦਾ ਜਿਹੜਾ ਕੰਟਰੈਕਟ ਫਾਰਮਿੰਗ ਦਾ ਐਕਟ ਸੀ, ਉਹ ਹੁਣ ਲੋਕਾਂ ਨੂੰ ਪਤਾ ਲੱਗਾ ਕਿ ਹੋਇਆ ਕੀ ਸੀ ਸਨ 2013 ਦੇ ਵਿੱਚ। ਹੁਣ ਜੀ, ਉਹਦੀ ਜੀ, ਬੜੀ ਜੀ। ਦੁਹਾਈ ਦਿੱਤੀ ਜਾਂਦੀ ਹੈ ਕਿ ਅਸੀਂ ਤਾਂ ਜੀ ਉਹ ਪਾਸ ਹੋ ਗਿਆ ਸੀ ਸ਼੍ਰੋਮਣੀ ਅਕਾਲੀ ਦਲ ਭਾਜਪਾ ਵੱਲੋਂ, ਤੇ ਅਸੀਂ ਕੈਂਸਲ ਕਰਤਾ ਜੀ। ਮਨਪ੍ਰੀਤ ਜੀ, ਮੈਂ ਇੱਥੇ ਲਿਆਉਣਾ ਚਾਹੁੰਦਾ ਗੱਲ, ਜੇ ਕਿਉਂਕਿ ਤੁਸੀਂ ਮੇਰੇ ਨਾਲੋਂ ਬਿਹਤਰ ਗੱਲ ਕਰ ਸਕਦੇ ਹੋ, ਕਿ ਗੱਲ ਕੰਵਰ ਸੰਧੂ ਦੇ ਆਉਣ ਜਾਂ ਜਾਣ ਦੀ ਨਹੀਂ ਗੀ, ਉਠਾਏ ਗਏ ਨੁਕਤੇ ਦੀ ਆ ਕਿ ਇੱਕ ਐਮਐਲਏ ਦੀ ਵੁਕਤ ਹੁਣ ਰਹੀ ਨਹੀਂ, ਉਹਦੀ ਹੈਸੀਅਤ ਨਹੀਂ ਰਹੀ ਵਿਧਾਨ ਸਭਾ ਦੇ ਵਿੱਚ। ਇੱਕ ਐਮਐਲਏ ਦੀ ਕੋਈ ਆਪਣੀ ਥਾਂ ਨਹੀਂ ਬਚੀ। ਐਮਐਲਏ ਹੁਣ ਕਾਰੋਬਾਰਾਂ ਦੇ ਵਿੱਚ ਔਰ ਪਾਰਟੀਆਂ ਦੇ ਸ਼ੋਪੀਸ ਬਣ ਕੇ ਰਹਿ ਗਏ ਆ, ਆਪਣਾ ਬਹੁਮਤ ਸਾਬਤ ਕਰਨ ਲਈ, ਜਾਂ ਇੱਕ ਮਹਿਜ ਟੂਲ ਨੇ, ਸੰਦ ਨੇ, ਜਦੋਂ ਵਰਤੇ ਵਰਤ ਲਓ, ਜੇ ਕੋਈ ਵੀ ਆਪਣੀ ਹੋਂਦ ਦਰਸਾਏ ਤਾਂ ਉਹਦੀ ਹੋਂਦ ਖਤਮ ਕਰ ਦਿਓ। ਇੱਕ ਐਮਐਲਏ ਦੀ ਵੁਕਤ, ਉਹਦੀ ਹੈਸੀਅਤ ਦਾ ਸਵਾਲ ਬਣਾਤਾ ਹੈ ਕੰਵਰ ਸੰਧੂ ਨੇ। ਇੱਥੇ ਡਿਬੇਟ ਨਹੀਂ ਹੋ ਰਹੀ, ਇਸ ਮਾਮਲੇ ਦੇ ਵਿੱਚ ਆਪਾਂ ਸਾਰੇ ਖਮੋਸ਼ ਹਾਂ। ਇੱਕ ਐਮਐਲਏ ਦੇ ਮਰਨ ਦਾ ਮਤਲਬ ਹੈ ਵਿਧਾਨ ਸਭਾ ਦੇ ਸੰਵਾਦ ਦਾ ਮਰਨਾ, ਵਿਧਾਨ ਸਭਾ ਦੇ ਵਿੱਚ ਲੋਕਾਂ ਦੇ ਮਸਲਿਆਂ ਦਾ ਮਰਨਾ, ਚਿਹਰਿਆਂ ਦੀ ਰਾਜਨੀਤੀ ਦੇ ਵਿੱਚ ਸਾਰੇ ਸਿਸਟਮ ਦਾ ਕਤਲ ਹੋ ਜਾਣਾ, ਲੋਕਤੰਤਰ ਦੀ ਮੂਲ ਭਾਵਨਾ ਦਾ ਮਰ ਜਾਣਾ। ਮੈਂ ਤੁਹਾਨੂੰ ਉਹ ਬੇਨਤੀ ਕਰਨਾ ਚਾਹੁੰਦਾ। ਹਾਂ, ਬਿਲਕੁਲ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਹੈ, ਤੁਹਾਡੀ ਗੱਲ ਬਿਲਕੁਲ ਦਰੁਸਤ ਹੈ। ਮੈਂ ਇਸੇ ਗੱਲ ਤੇ ਆਉਣ ਲੱਗਾ ਸੀ। ਤੁਸੀਂ ਯਾਦ ਕਰੋ, ਔਰ ਤੁਸੀਂ ਬੜਾ ਦਰੁਸਤ ਫਰਮਾਇਆ, ਇਸੇ ਵਿਧਾਨ ਸਭਾ ਦੇ ਵਿੱਚ ਕਈ ਵਿਧਾਇਕਾਂ ਨੇ ਵਰਚੁਅਲੀ ਹੱਥੋਂ ਪਾਈ ਹੋ ਕੇ ਇੱਕ ਦੂਸਰੇ ਦੀਆਂ ਪੱਗਾਂ ਤੱਕ ਲਾਈਆਂ। ਉਹ ਵੀ ਮੰਜ਼ਰ ਸਾਨੂੰ ਪਤਾ। ਇਸੇ ਵਿਧਾਨ ਸਭਾ ਦੇ ਵਿੱਚ ਇੱਕ ਪਾਰਟੀ ਨੇ ਆਪਣੀਆਂ ਰਾਤਾਂ ਗੁਜ਼ਾਰੀਆਂ ਨੇ, ਉੱਥੇ ਰਾਤੀ ਸੁੱਤੇ ਆ, ਕਿਉਂਕਿ ਦਿਨੇ ਉਹਨਾਂ ਨੂੰ ਬੋਲਣ ਨਹੀਂ ਦਿੱਤਾ ਗਿਆ। ਇਸੇ ਵਿਧਾਨ ਸਭਾ ਦੇ ਬਾਹਰ ਜਿਹੜੇ ਤਮਾਮ ਤਰ੍ਹਾਂ ਦੇ, ਉਹ ਵਿਧਾਨ ਸਭਾ ਜਿਹੜੀ ਬਾਹਰ ਵਿਧਾਨ ਸਭਾ ਸਜਾਈ ਗਈ ਆ, ਸਪੀਕਰ ਬਣਾਏ ਗਏ ਆ, ਬਾਹਰ ਬੋਲਿਆ, ਲੇਕਿਨ ਸਦਨ ਦੇ ਅੰਦਰ ਨਹੀਂ ਉਹਨਾਂ ਨੂੰ ਬੋਲਣ ਦਿੱਤਾ ਜਾਂਦਾ। ਇਹ ਸਾਰੀਆਂ ਚੀਜ਼ਾਂ ਅਸੀਂ ਲਗਾਤਾਰ ਦੇਖ ਰਹੇ ਹਾਂ, ਔਰ ਤੁਹਾਡਾ ਇਹ ਜਿਹੜੀ ਦਰਦ ਆ, ਔਰ ਮੈਨੂੰ ਲੱਗਦਾ ਹਰੇਕ ਇੱਕ ਪੰਜਾਬੀ ਦਾ ਹੋਣਾ ਚਾਹੀਦਾ, ਜਦੋਂ ਇੱਕ ਅੰਗਰੇਜ਼ੀ ਦਾ ਸ਼ਬਦ ਆ ਮੀਡੀਓਕ੍ਰਿਟੀ, ਜੀ। ਸਧਾਰਨ ਚੀਜ਼ਾਂ ਜਿਹੜੀਆਂ ਸਾਨੂੰ ਭਾਉਣ ਲੱਗ ਜਾਣ। ਇੱਕ ਆਮ ਸੈਲੀਬ੍ਰਿਟੀਜ਼ ਲਿਆ ਕੇ, ਕੋਈ ਗਾਇਕ ਲਿਆ ਕੇ, ਕੋਈ ਫਿਲਮੀ ਅਦਾਕਾਰ ਲਿਆ ਕੇ ਅਸੀਂ ਆਪਣੀ ਰਾਜਨੀਤੀ ਸਾਧਨਾ ਚਾਹੁੰਦੇ ਆ, ਤੇ ਜਿਹੜੇ ਬੁੱਧੀਜੀਵੀ ਹੁੰਦੇ ਆ ਉਹਨਾਂ ਨੂੰ ਪਰੇ ਰੱਖਣਾ ਚਾਹੁੰਦੇ, ਤੇ ਫਿਰ ਸਾਨੂੰ ਪਤਾ ਲੱਗਦਾ ਅਸੀਂ ਕਿਹੜੇ ਪਾਸੇ ਸੋਚ ਰਹੇ ਆ। ਜੀ। ਤੁਸੀਂ ਜਿਹੜੇ ਸਿੱਧੂ ਮੂਸੇਵਾਲਾ ਹੋਣਾ ਦੀ ਗੱਲ ਕੀਤੀ ਆ, ਤੁਸੀਂ ਦੇਖੋ ਕਿ ਇਹੀ, ਚਾਹੇ ਇਹਨਾਂ ਦੇ ਗੀਤ ਹੋਣ, ਖੈਰ ਉਹ ਆਪਣੇ ਆਪ ਦੇ ਵਿੱਚ, ਜਾਂ ਜਦੋਂ ਉਹਨਾਂ ਨੂੰ ਪ੍ਰਮੋਟ ਕਰਨਾ ਸਨ 2020 ਦੇ ਵਿੱਚ, ਇਹਨਾਂ ਤੇ ਜੀ। 2 ਮੁਕੱਦਮੇ ਵੀ ਦਾਇਰ ਆ, ਤੇ ਨਵਜੋਤ ਸਿੰਘ ਸਿੱਧੂ ਉਹਨਾਂ ਦੀ ਪ੍ਰੌੜਤਾ ਕਰਦੇ ਆ। ਉਹ ਕਹਿੰਦੇ ਕੋਈ ਗੱਲ ਨਹੀਂ, ਮੁਕੱਦਮੇ ਦਾਇਰ ਹੋਣ ਨਾਲ ਕੋਈ ਦੋਸ਼ੀ ਨਹੀਂ ਹੋ ਜਾਂਦਾ। ਜੇ ਇਹਨਾਂ ਨੇ ਗੀਤਾਂ ਦੇ ਵਿੱਚ ਹਥਿਆਰਾਂ ਦੀ ਗੱਲ ਕੀਤੀ ਹੈ, ਡਰੱਗਸ ਦੀ ਗੱਲ ਕੀਤੀ ਹੈ, ਉਹ ਗੀਤ ਆ। ਕਹਿਣ ਦਾ ਮਤਲਬ ਹੈ ਕਿ ਉਹਨਾਂ ਚੀਜ਼ਾਂ ਨੂੰ ਵੀ ਇੱਕ ਤਰ੍ਹਾਂ ਦਰੁਸਤ ਠਹਿਰਾਉਣ ਦੀ ਗੱਲ ਕੀਤੀ ਜਾਂਦੀ ਆ। ਜੇ ਕਿਸੇ ਤੁਹਾਡੇ ਸੱਭਿਆਚਾਰ ਨੂੰ, ਕਲਚਰ ਨੂੰ, ਜਾਂ ਤੁਹਾਡਾ ਜਿਹੜਾ ਇਤਿਹਾਸ ਆ ਉਹਨੂੰ ਕਿਤੇ ਛੇੜਨ ਦੀ, ਜਾਂ ਉਹਨੂੰ, ਹੁਣ ਤੁਸੀਂ ਦੇਖੋ ਪਿਛਲੇ ਦਿਨਾਂ ਦੇ ਵਿੱਚ, ਮੈਂ ਇੱਕ ਹੋਰ ਤੁਹਾਨੂੰ ਉਦਾਹਰਨ ਦੇਣਾ ਚਾਹੁੰਦਾ, ਕਿਸਾਨੀ ਅੰਦੋਲਨ ਦੇ ਵਿੱਚ ਜਾ ਕੇ ਬਹੁਤ ਸਾਡੇ ਜਿਹੜੇ ਗੀਤਕਾਰ ਸੀ, ਗਾਇਕ ਸੀ, ਸਾਡੇ ਫਨਕਾਰ ਸੀ, ਉਹਨਾਂ ਨੇ ਦੁਬਾਰਾ ਇੱਕ ਤਰ੍ਹਾਂ ਦਾ ਉਹ ਕਲਚਰ ਪੈਦਾ ਕੀਤਾ ਜਿਨ੍ਹਾਂ ਨੂੰ ਲੱਗਦਾ ਸੀ ਕਿ ਇਹ ਬੰਦੂਕਾਂ ਜਾਂ ਹਥਿਆਰਾਂ ਜਾਂ ਡਰੱਗਸ ਤੋਂ ਬਗੈਰ ਗੱਲ ਹੀ ਨਹੀਂ ਕਰਦੇ। ਇੱਕੋ ਦਮ ਉਹਨਾਂ ਦੀ ਤਾਰੀਫ ਹੋਣ ਲੱਗ ਪਈ। ਸੋ ਜਿਹੜਾ ਇਹ ਸਾਰੀਆਂ ਚੀਜ਼ਾਂ ਨਾਲ ਜੁੜੀਆਂ ਹੋਈਆਂ ਨੇ, ਤੇ ਜਦੋਂ ਵਿਧਾਇਕ ਦੀ ਇਸ ਤਰ੍ਹਾਂ ਦੀ ਗੱਲ ਆਉਂਦੀ ਆ, ਜਦੋਂ ਆਉਂਦੇ ਨੇ ਸਾਰਾ ਕੁਝ ਛੱਡ ਕੇ ਤੇ ਵਧੀਆ ਰਾਜਨੀਤੀ ਕਰਨਾ ਚਾਹੁੰਦੇ ਨੇ, ਲੇਕਿਨ ਉਹਨਾਂ ਵੱਲ ਕਿਸੇ ਦਾ ਧਿਆਨ ਨਹੀਂ ਦਿੱਤਾ ਜਾਂਦਾ। ਤੁਸੀਂ ਦੇਖੋ ਪਿਛਲੇ ਦਿਨਾਂ ਦੇ ਵਿੱਚ ਮੈਂ ਉਹਨਾਂ ਨੂੰ ਚਰਨਜੀਤ ਸਿੰਘ ਚੰਨੀ ਹੋਣਾ ਨਾਲ ਵੀ ਦੇਖਿਆ, ਕੰਵਰ ਸੰਧੂ ਹੋਣਾ ਨਾਲ, ਨੂੰ ਲੱਗਦਾ ਸੀ ਕਿ ਸ਼ਾਇਦ ਕਾਂਗਰਸ ਨਾਲ ਉਹਨਾਂ ਦੀ ਕੋਈ ਗੱਲਬਾਤ ਚੱਲ ਰਹੀ ਹੈ। ਖੈਰ ਇਹ ਵੀ ਨਹੀਂ ਹੋਇਆ। ਇਸੇ ਕਰਕੇ ਉਹ ਸਰ ਬਿਲਕੁਲ ਜਿਹੜੇ ਮਾਯੂਸ ਹੋ ਕੇ ਉਹ ਬੈਠ ਗਏ ਨੇ, ਔਰ ਇਸ ਗੱਲ ਦੀ ਜਿਹੜਾ ਦੁਖਾਂਤ ਆ, ਉਹ ਪੰਜਾਬ ਨੂੰ ਜ਼ਰੂਰ ਹੋਣਾ ਚਾਹੀਦਾ। ਆਪਾਂ ਕੱਲ ਵੀ ਗੱਲ ਕਰ ਰਹੇ ਸੀ ਕਿ ਜਦੋਂ ਵਿਧਾਨ ਸਭਾ ਵਿੱਚ, ਪਾਰਲੀਮੈਂਟ 'ਚ ਦੇਖ ਲਓ ਤੁਸੀਂ, 12 ਜਿਹੜੇ ਰਾਜ ਸਭਾ ਦੇ ਮੈਂਬਰ ਆ ਉਹਨਾਂ ਨੂੰ ਸਸਪੈਂਡ ਕੀਤਾ ਹੋਇਆ, ਉਹ ਬਾਹਰ ਬੈਠੇ ਨੇ। ਪਾਰਲੀਮੈਂਟ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਬਹਿਸ ਨਹੀਂ ਹੁੰਦੀ, ਜਦੋਂ ਵੀ ਚਾਹੇ ਉਹ ਪੈਗਾਸਸ ਦਾ ਜਸੂਸੀ ਮਾਮਲਾ ਹੋਵੇ, ਉਹ ਖੇਤੀ ਕਾਨੂੰਨਾਂ ਦਾ ਮਾਮਲਾ ਹੋਵੇ, ਚਾਹੇ ਰੱਦ ਹੀ ਕਰਨੇ ਸੀ ਤਾਂ ਵੀ ਬਹਿਸ ਨਹੀਂ ਹੁੰਦੀ। ਹਰ ਇਸ ਜਿਹੜੇ ਸੰਵਿਧਾਨ ਦੇ ਮੰਦਰ 'ਚ, ਚਾਹੇ ਕਹੇ ਲੋਕਤੰਤਰ ਦੇ ਮੰਦਰ 'ਚ ਕਹਿ ਲਈਏ, ਜਿੱਥੇ ਅਸੀਂ ਇਹ ਬਣਾਏ ਆ, ਔਰ ਲੱਖਾਂ ਕਰੋੜਾਂ ਦੀ ਲਾਗਤ ਨਾਲ
ਔਰ ਉੱਥੇ ਜਦੋਂ ਇਹ ਸੈਸ਼ਨ ਚੱਲ ਰਹੇ ਹੁੰਦੇ ਆ ਉਦੋਂ ਵੀ ਬਹੁਤ ਜ਼ਿਆਦਾ ਪੈਸਾ ਲੱਗਦਾ, ਲੇਕਿਨ ਜਿਸ ਮਕਸਦ ਨਾਲ ਇਹ ਬਣਾਏ ਜਾਂਦੇ ਆ ਉਹ ਮਕਸਦ ਨਹੀਂ ਸਾਡੇ ਪੂਰੇ ਹੁੰਦੇ। ਅੱਜ ਅਮਰੀਕਾ ਭਾਰਤ ਨੂੰ ਸੱਦ ਰਿਹਾ 9 ਤੇ 10 ਦਸੰਬਰ ਨੂੰ ਕਿ ਆਓ ਲੋਕਤੰਤਰ ਦੀ ਗੱਲ ਕਰੀਏ। ਜੋ ਬਾਈਡਨ ਨੇ ਸੱਦਾ ਦਿੱਤਾ ਪਾਕਿਸਤਾਨ ਨੂੰ ਵੀ, ਇੰਡੀਆ ਨੂੰ ਵੀ, ਹੋਰ तमाम ਮੁਲਕਾਂ ਨੂੰ, ਲੇਕਿਨ ਲੋਕਤੰਤਰ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਆਉਂਦੀਆਂ ਤੇ ਫਿਰ ਵਾਕਿਆ ਸਾਨੂੰ ਮਾਯੂਸੀ ਹੁੰਦੀ ਹੈ ਕਿ ਸਾਡਾ ਲੋਕਤੰਤਰ ਧਰਾਤਲ ਵੱਲ ਕਿਉਂ ਜਾ ਰਿਹਾ, ਲਗਾਤਾਰ ਥੱਲੇ ਕਿਉਂ ਡਿੱਗ ਰਿਹਾ। ਸੋ ਮੈਂ ਥੋੜੀ ਜਿਹੀ ਉਸ ਹਿਸਾਬ ਦੇ ਨਾਲ ਗੱਲ ਕਰਨਾ ਚਾਹੁੰਦਾ। ਤੇ ਜੇ ਪੰਜਾਬ ਤੇ ਵਾਪਸ ਆਈਏ ਲਗਾਤਾਰ, ਔਰ ਤੁਸੀਂ ਇਹ ਗੱਲ ਬੜੀ ਬਾਖੂਬੀ ਕਹੀ ਆ, ਆਈਡੀਓਲੋਜੀਜ਼ ਕਿੱਥੇ ਆ, ਸਾਡੀਆਂ ਵਿਚਾਰਧਾਰਾਵਾਂ ਕਿੱਥੇ ਆ, ਅੱਜ ਕੋਈ ਪਤਾ ਨਹੀਂ ਲੱਗਦਾ। ਇੱਕ ਦਿਨ ਕੋਈ ਸ਼੍ਰੋਮਣੀ ਅਕਾਲੀ ਦਲ ਚ ਹੁੰਦਾ, ਅਗਲੇ ਦਿਨ ਉਹ ਕਾਂਗਰਸ ਚ ਆ ਜਾਂਦਾ, ਫਿਰ ਉਹ ਭਾਜਪਾ ਚ ਆ ਜਾਂਦਾ। ਇਹੀ ਜਿਹੜੇ ਵਿਧਾਇਕ ਹੁੰਦੇ ਸੀ, ਇਹੀ ਐਮਐਲਏ ਕਿਸੇ ਟਾਈਮ ਡਰਦੇ ਹੁੰਦੇ ਸੀ ਇੱਕ ਪਾਰਟੀ ਤੋਂ ਦੂਜੀ ਪਾਰਟੀ ਦੇ ਵਿੱਚ ਜਾਣ ਨੂੰ, ਤੇ ਉਹਨਾਂ ਨੂੰ ਡਰ ਲੱਗਦਾ ਸੀ ਕਿ ਸਾਡੇ ਜਿਹੜੇ ਵੋਟਰ ਆ ਉਹ ਕੀ ਕਰਨਗੇ ਜਾਂ ਕੀ ਕਹਿਣਗੇ, ਸਾਨੂੰ ਤੋਹਮਤਾਂ ਦੇਣਗੇ। ਲੇਕਿਨ ਮੈਨੂੰ ਲੱਗਦਾ ਜਨਤਾ ਨੇ ਵੀ ਉਹਨਾਂ ਨੂੰ ਸਵਾਲ ਪੁੱਛਣੇ ਛੱਡਤੇ ਆ ਕਿ ਭਾਈ ਉਹ ਵੀ ਕਹਿੰਦੇ ਆ ਕੋਈ ਗੱਲ ਨਹੀਂ, ਮੌਕਾ ਚਾਹੀਦਾ ਜੀ, ਜੇ ਇਹ ਸੱਤਾ 'ਚ ਹੀ ਨਾ ਹੋਣ ਤੇ ਸਾਡੇ ਕੰਮ ਕਿੱਦਾਂ ਬਣਨਗੇ। ਇਹਨਾਂ ਜੀ ਨੂੰ ਇਹ ਨਹੀਂ ਪਤਾ ਕਿ ਵਿਰੋਧੀ ਧਿਰ ਦੀ ਇੱਕ ਬਹੁਤ ਅਹਿਮ ਭੂਮਿਕਾ ਹੁੰਦੀ ਆ। ਅੱਜ ਭਾਰਤੀ ਜਨਤਾ ਪਾਰਟੀ ਕੇਂਦਰ ਸਰਕਾਰ ਦੇ ਵਿੱਚ ਜੇ ਕਹਿੰਦੀ ਆ ਕਿ ਕਾਂਗਰਸ ਮੁਕਤ ਭਾਰਤ ਹੋ ਜੇ, ਤੇ ਜੇ ਵਿਰੋਧੀ ਤਾਕਤਾਂ ਨੂੰ ਜਾਂ ਵਿਰੋਧੀ ਪਾਰਟੀਆਂ ਨੂੰ ਉਨੀ ਅਹਿਮੀਅਤ ਨਹੀਂ ਮਿਲਦੀ ਜਾਂ ਉਨੀ ਇੰਪੋਰਟੈਂਸ ਨਹੀਂ ਮਿਲਦੀ, ਤੇ ਉਹਦਾ ਖਮਿਆਜ਼ਾ ਇੱਕ ਲੋਕਤੰਤਰ ਭੁਗਤਦਾ। ਸੋ ਇਸ ਕਰਕੇ ਤੁਹਾਡੀ ਗੱਲ ਕਹਿਣੀ ਬਹੁਤ ਵਾਜਿਬ ਆ ਕਿ ਸਾਨੂੰ ਵਧੀਆ ਵਿਅਕਤੀ, ਅਸੀਂ ਕਹਿੰਦੇ ਤਾਂ ਬਹੁਤ ਡਰਾਇੰਗ ਰੂਮਸ ਦੇ ਵਿੱਚ ਬੈਠ ਕੇ ਬੜੀਆਂ ਡਿਸਕਸ਼ਨਸ ਕਰਦੇ ਆ ਕਿ ਤੁਸੀਂ ਕੱਲ ਇੱਕ ਸਾਬਕਾ ਵੀਸੀ ਦੀ ਵੀ ਉਦਾਹਰਨ ਦਿੱਤੀ, ਜਾਂ ਬਹੁਤ ਸਾਰੇ ਹੋਰ ਬੁੱਧੀਜੀਵੀ ਆ ਜਿਹੜੇ ਆਉਣਾ ਚਾਹੁੰਦੇ ਆ, ਲੇਕਿਨ ਜਦੋਂ ਇਸ ਤਰ੍ਹਾਂ ਦੀਆਂ ਉਦਾਹਰਨਾਂ ਸਾਡੇ ਸਾਹਮਣੇ ਆਉਂਦੀਆਂ ਰੰਧਾਵਾ ਜੀ, ਸਾਨੂੰ ਸਾਰਿਆਂ ਨੂੰ, ਉਹਨਾਂ ਸਾਰਿਆਂ ਨੂੰ ਬਹੁਤ ਡਰ ਲੱਗਦਾ ਕਿ ਕੀ ਸਾਡਾ ਵੀ ਇਹੀ ਹਾਲ ਹੋਊਗਾ। ਸੋ ਇਹਨਾਂ ਚੀਜ਼ਾਂ ਨੂੰ ਧਿਆਨ 'ਚ ਰੱਖਦੇ ਹੋਏ ਬਹੁਤ ਸਾਰੇ ਲੋਕਾਂ ਨੂੰ ਵਿਚਾਰ ਕਰਨਾ ਪਊਗਾ, ਅੱਗੇ ਵੀ ਆਉਣਾ ਪਊਗਾ ਕਿ ਅਸੀਂ ਆਪਣੀ ਇਸ ਪੰਜਾਬ ਦੇ ਸੂਬੇ ਦੀ ਸਿਆਸਤ ਨੂੰ ਕੀ ਸੇਧ ਦੇਣੀ ਆ। ਜੀ ਰੰਧਾਵਾ ਜੀ। ਬਿਲਕੁਲ, ਸਾਡਾ ਸਿੱਧੂ ਮੂਸੇਵਾਲੇ ਦੇ ਕਾਂਗਰਸ 'ਚ ਆਉਣ ਨਾਲ ਕੋਈ ਇਤਰਾਜ਼ ਨਹੀਂ, ਔਰ ਸਿੱਧੂ ਮੂਸੇਵਾਲੇ ਨੂੰ ਪੂਰਾ ਹੱਕ ਹੈ ਕਿ ਉਹ ਆਪਣੇ ਕੈਰੀਅਰ, ਆਪਣੀ ਜ਼ਿੰਦਗੀ ਨੂੰ ਜਿਵੇਂ ਚਾਹਵੇ ਉਵੇਂ ਵਿਉਂਤ ਲਵੇ। ਹਾਲਾਂਕਿ ਕੋਈ ਆਪਣੇ ਕੈਰੀਅਰ ਦੇ ਪੀਕ ਤੇ, ਸਿਖਰ ਦੇ ਉੱਤੇ ਇੱਕ ਪ੍ਰੋਫੈਸ਼ਨ ਤੋਂ ਦੂਜੇ ਪ੍ਰੋਫੈਸ਼ਨ ਵੱਲ ਜਦੋਂ ਜਾਂਦਾ ਹੈ ਤੇ ਉਹਦੀ ਕਮਿਟਮੈਂਟ ਜਾਂ ਉਹਦੀ ਸਮਰੱਥਾ ਜਿਹੜੀ ਉਹਦੇ ਅੰਦਰ ਪਈ ਹੁੰਦੀ ਆ, ਦੂਜੇ ਨਹੀਂ ਜੋ ਸਮਝਦੇ, ਜੋ ਉਹਦੇ ਅੰਦਰ ਹੁੰਦੀ ਆ, ਇਹ ਤਾਂ ਮਤਲਬ ਉਹਦੇ ਨਾਲ ਉਹਨੂੰ ਸ਼ੱਕ ਜਾਂ ਉਹਦੇ ਸ਼ੰਕੇ ਖੜੇ ਹੁੰਦੇ ਆ। ਜੇ ਸਿੱਧੂ ਮੂਸੇਵਾਲਾ ਇਸ ਸ਼ੋਅ ਬਿਜ਼ਨਸ ਦੇ ਸਿਰੇ ਤੋਂ ਸਿਆਸਤ ਵੱਲ ਆ ਰਿਹਾ ਤੇ ਇਹਦਾ ਮਤਲਬ ਉਹਦੇ ਅੰਦਰ ਉਸ ਬਿਜ਼ਨਸ 'ਚ ਕੁਝ ਡਰ ਪਏ ਆ। ਇਹ ਦੇਰ ਤੱਕ ਕਾਮਯਾਬੀ ਦੇ ਬਰਕਰਾਰ ਰਹਿਣ ਦਾ ਉਹਦੇ ਅੰਦਰ ਕੋਈ ਸੰਸਾ ਫਿਕਰ ਪਿਆ ਹੋਊਗਾ ਤਾਂ ਉਹ ਇੱਧਰ ਸਿਆਸਤ ਵੱਲ ਆਉਂਦਾ, ਕਿਉਂਕਿ ਸਿਆਸਤ 'ਚ ਕੁਝ ਵੀ ਸਦੀਵੀ ਨਹੀਂ ਹੁੰਦਾ। ਸੋ ਇਹ ਦੁਬਾਰਾ ਇਕਾਟ ਦੀ ਹਾਂਡੀ ਚੜ੍ਹਦੀ ਕਿ ਨਹੀਂ। ਲੇਕਿਨ ਮੈਂ ਇੱਕ ਸਵਾਲ ਜ਼ਰੂਰ ਕਰਨਾ ਚਾਹੁੰਦਾ ਹੈ ਕਿ ਜਮ ਤੁਸੀਂ ਉਹ ਚਿਹਰੇ ਲਿਆਓ, ਪਬਲਿਕ ਫਿਗਰ ਜਿਹੜੇ ਵੋਟ ਖਿੱਚਦੇ ਆ, ਪੈਸੇ ਵਾਲੇ ਆ, ਜਿਨ੍ਹਾਂ ਦੇ ਮਗਰ ਯੂਥ ਆ, ਪਰ ਨਾਲ ਦੀ ਨਾਲ ਤੁਸੀਂ ਬੈਲੈਂਸ ਬਣਾਓ। ਪੁਰਾਣੀਆਂ ਰਵਾਇਤਾਂ ਸੀਗੀਆਂ, ਕਦੇ ਵਿਧਾਨ ਪ੍ਰੀਸ਼ਦ ਇਸ ਕਰਕੇ ਰੱਖੀ ਜਾਂਦੀ ਸੀ ਜਿਵੇਂ ਰਾਜ ਸਭਾ ਹੈ ਕਿ ਸੰਤੁਲਨ ਬਣਿਆ ਰਵੇ। ਉਹ ਲੋਕ ਜਿਹੜੇ ਪਬਲਿਕ ਦੇ ਵਿੱਚ ਜਿਹੜੇ ਮਾਸਸ ਤੋਂ ਆਉਂਦੇ ਆ, ਇੱਕ ਉਹ ਲੋਕ, ਦੂਜੇ ਸਿਆਣੇ ਲੋਕ ਜਿਹੜੇ ਵੱਖ-ਵੱਖ ਖੇਤਰਾਂ 'ਚ ਸਿਰ ਪਟਕ ਰਹੇ ਆ, ਮੱਥਾ ਮਾਰ ਰਹੇ ਆ, ਕੁਝ ਖੋਜਾਂ ਕਰ ਰਹੇ ਆ, ਚੰਗਾ ਕਰ ਰਹੇ ਆ, ਉਹਨਾਂ ਲੋਕਾਂ ਦਾ ਵੀ ਇੱਕ ਉੱਥੇ ਹਾਜ਼ਰੀ ਬਣੀ ਰਵੇ ਤਾਂ ਕਿ ਫੈਸਲੇ ਲੈਣ ਲੱਗਿਆ ਤੁਸੀਂ ਮਾਸਸ ਦੇ ਲੋਕਾਂ ਨੂੰ ਮਾਸਸ 'ਚ ਰਹਿਣ ਦਿਓ, ਸੋਚਵਾਨਾਂ ਨੂੰ ਸੋਚਵਾਨਾਂ ਵਾਲੇ ਪਾਸੇ ਤੋਰੋ। ਅਫਸੋਸ ਸਿੱਧੂ ਸਾਹਿਬ ਤੋਂ ਸਾਨੂੰ ਇਹ ਅਫਸੋਸ ਹੋਇਆ ਕਿ ਉਹ ਕੰਵਰ ਸੰਧੂ ਦੇ ਵੱਲ ਜਾਣਾ ਉਹਨਾਂ ਨੂੰ ਚਾਹੀਦਾ ਸੀ। ਇਹ ਦੋ ਵਰਤਾਰੇ ਆ, ਪਰ ਮੈਂ ਹੁਣ ਥੋੜਾ ਜਿਹਾ ਅੱਗੇ ਜਾਊਂਗਾ ਜੀ, ਕਿਉਂਕਿ ਮੈਨੂੰ ਬਹੁਤ ਸਾਰਾ ਮੌਕਾ ਮਿਲਦਾ ਹੈ ਪੁਰਾਣੀਆਂ ਸਿਆਸਤਾਂ ਨੂੰ ਘੋਖਣ ਦਾ। ਬਹੁਤ ਸਾਰੇ ਪੁਰਾਣੇ ਲੋਕ ਸਾਡੇ ਨਾਲ ਜੁੜੇ ਹੋਏ ਆ, ਉਹਨਾਂ ਦਾ ਧੰਨਵਾਦ ਹੈ, ਉਹ ਮਾਣ ਦੇ ਦਿੰਦੇ ਆ ਗੱਲਬਾਤ ਕਰਨ ਦਾ। ਮੈਂ ਬਰਨਾਲਾ ਦੀ ਸਿਆਸਤ ਨੂੰ ਜਦੋਂ ਵੇਖਦਾ ਹਾਂ, ਸਰਦਾਰ ਸੁਰਜੀਤ ਸਿੰਘ ਬਰਨਾਲਾ ਤੇ ਉਹਨਾਂ ਦੇ ਨਾਲ ਦਰਬਾਰ ਸਾਹਿਬ ਦੇ ਉੱਤੇ ਇੱਕ ਹਮਲੇ ਦਾ ਵੀ ਜੁੜਦਾ ਹੈ, ਉਹਨਾਂ ਦੇ ਨਾਲ ਚੰਡੀਗੜ੍ਹ ਮਿਲਦਾ ਰਹਿ ਜਾਣ ਮੌਕੇ ਅਸਤੀਫਾ ਨਾ ਦੇਣ ਦਾ ਵੀ ਮੰਜ਼ਰ ਜੁੜਦਾ ਹੈ। ਉਹਨਾਂ ਨੂੰ ਕਈ ਤਰ੍ਹਾਂ ਨਾਲ ਯਾਦ ਕੀਤਾ ਜਾਂਦਾ ਹੈ ਕਿ ਉਹਨਾਂ ਨੇ ਠੀਕ ਫੈਸਲੇ ਨਹੀਂ ਲਏ, ਪਰ ਉਹਨਾਂ ਨੂੰ ਜਾਣਨ ਵਾਲੇ ਜਾਣਦੇ ਆ ਕਿ ਉਹ ਬੜੇ ਚੰਗੇ ਸੂਝਵਾਨ ਪ੍ਰਸ਼ਾਸਕ ਵੀ ਸੀਗੇ। ਖੈਰ, ਅੱਜ ਉਹਨਾਂ ਦੇ ਪਰਿਵਾਰ ਨੂੰ ਅਕਾਲੀ ਦਲ ਨੇ ਟਿਕਟ ਨਾ ਦੇ ਕੇ ਉੱਥੋਂ ਦੂਜਾ ਕੈਂਡੀਡੇਟ ਦਿੱਤਾ ਔਰ ਉਹ ਪਰਿਵਾਰ ਲਗਭਗ ਬਗਾਵਤ ਤੇ ਆ। ਹੁਣ ਇਹ ਵੇਖਣ ਦੀ ਜ਼ਰੂਰਤ ਆ ਕਿ ਕੀ ਸਮੇਂ-ਸਮੇਂ ਦੇ ਉੱਤੇ ਪਾਰਟੀਆਂ ਆਪਣੇ ਲੋਕ, ਪੁਰਾਣੇ ਲੋਕ, ਉਹ ਲੋਕ ਜਿਨ੍ਹਾਂ ਨੇ ਤਾਉਮਰ ਉਹਨਾਂ ਸੰਸਥਾਵਾਂ 'ਚ ਕੰਮ ਕੀਤਾ ਹੁੰਦਾ ਹੈ, ਉਹਨਾਂ ਨੂੰ ਦਰਕਰਾਰ ਕਰਨ ਲੱਗਿਆ ਮਿੰਟ ਨਹੀਂ ਲਾਉਂਦੀਆਂ। ਉਹਨਾਂ ਦੀ ਸਹਿਮਤੀ ਲਏ ਬਗੈਰ ਉਹ ਫੈਸਲੇ ਕਰ ਲੈਂਦੀਆਂ। ਉਹਨਾਂ ਨੂੰ ਭਰੋਸੇ 'ਚ ਲੈ ਕੇ ਕਿਤੇ ਹੋਰ ਐਡਜਸਟ ਕਰਨ ਦੇ ਨਾਲੋਂ ਉਹ ਉਹਨਾਂ ਨੂੰ ਬਗਾਵਤ ਤੇ ਉਤਰਨ ਲਈ ਛੱਡ ਦਿੰਦੀਆਂ।
ਇਹ ਸਾਰੀਆਂ ਚੀਜ਼ਾਂ, ਔਰ ਇਸੇ ਤਰ੍ਹਾਂ ਟੌਹੜਾ ਸਾਹਿਬ ਦੇ ਪਰਿਵਾਰ ਦੀ ਗੱਲ ਵੀ ਹੋ ਰਹੀ ਆ। ਉਹਨਾਂ ਨੇ ਆਮ ਆਦਮੀ ਪਾਰਟੀ 'ਚ ਵੀ ਉਹ ਗਏ, ਲੇਕਿਨ ਹੁਣ ਉਹਨਾਂ ਦੀ ਗੱਲ ਭਾਜਪਾ ਵਾਲੇ ਪਾਸੇ ਖਬਰਾਂ ਨਸ਼ਰ ਹੁੰਦੀਆਂ ਨੇ। ਮੈਂ ਇਹ ਜ਼ਰੂਰ ਮਨਪ੍ਰੀਤ ਜੀ ਜਾਣਨਾ ਚਾਹੁੰਦਾ ਤੁਹਾਡੇ ਕੋਲੋਂ ਕਿ ਕਦੇ ਪੁਰਾਣੀ ਪੋਲਿਟਿਕਸ ਆਪਣੇ ਪੁਰਾਣੇ ਸਾਥੀਆਂ ਨੂੰ ਛੱਡਦੀ ਨਹੀਂ ਸੀ ਹੁੰਦੀ। ਅੱਜ ਕੱਲ ਪੁਰਾਣਿਆਂ ਨੂੰ ਦਰਕਨਾਰ ਕਰਨ ਲੱਗਿਆ ਮਿੰਟ ਨਹੀਂ ਲਾਇਆ ਜਾਂਦਾ। ਪਿੱਛੇ ਟਕਸਾਲੀਆਂ ਦਾ ਰੌਲਾ ਚੱਲਦਾ ਰਿਹਾ ਕਿ ਜਿਹੜੇ ਟਕਸਾਲੀ ਮਤਲਬ ਉਮਰਾਂ ਤੋਂ ਪੀੜ੍ਹੀਆਂ ਤੋਂ ਅਕਾਲੀ ਜਾਂ ਕਿਸੇ ਵੀ ਪਾਰਟੀ ਦੇ ਵਿੱਚ ਰਹੇ ਆ, ਉਹਨਾਂ ਨੂੰ ਟਕਸਾਲੀ ਕਿਹਾ ਜਾਂਦਾ ਸੀ। ਤੇ ਹੁਣ ਉਹਨਾਂ ਟਕਸਾਲੀਆਂ ਨੂੰ ਐਵੇਂ ਜਿਹਨੂੰ ਕਹਿੰਦੇ ਹੁੰਦੇ ਨਾ ਕਿ ਸੁਸਤ ਜੇ, ਡਿੱਗੇ ਹੋਏ, ਨਿਰਾਸ਼, ਫੇਲ, ਉਸ ਤਰ੍ਹਾਂ ਨਾਲ ਸਾਬਤ ਕੀਤਾ ਜਾ ਰਿਹਾ। ਕੀ ਕਹਿੰਦੇ ਹੋ? ਰੰਧਾਵਾ ਜੀ, ਇਸ 'ਚ ਜਿਹੜਾ ਆਪਾਂ ਇਹ ਵਿਸ਼ਾ ਹੈ, ਇਸ ਦੇ ਦੋ ਪਹਿਲੂ ਆ। ਤੁਸੀਂ ਬਿਲਕੁਲ ਬਹੁਤ ਵਧੀਆ ਇਹ ਗੱਲ ਕਹੀ ਆ। ਜਦੋਂ ਅਸੀਂ ਮਰਹੂਮ ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਉਹਨਾਂ ਦੇ ਪਰਿਵਾਰ ਦੀ ਗੱਲ ਕਰਦੇ ਆ, ਉਹਨਾਂ ਦੀ ਨੂੰਹ ਨੇ ਹਰਪ੍ਰੀਤ ਕੌਰ ਬਰਨਾਲਾ, ਉਹ ਇਸਤਰੀ ਸਭਾ ਦੇ ਤੁਹਾਨੂੰ ਪਤਾ ਹੀ ਹੈ ਕੌਮੀ ਆਗੂ ਵੀ ਆ, ਤੇ ਉਹ ਆਪਣੇ ਮੁੰਡੇ ਲਈ ਜਿਹੜੇ ਐਡਵੋਕੇਟ ਨੇ ਸਿਮਰ ਪ੍ਰਤਾਪ ਸਿੰਘ, ਉਹਨਾਂ ਲਈ ਟਿਕਟ ਮੰਗ ਰਹੇ ਸੀ। ਠੀਕ ਹੈ। ਦੂਸਰੇ ਪਾਸੇ ਇਸੇ ਤਰ੍ਹਾਂ ਆਪਾਂ ਜੇ ਮਾਨਸਾ ਵੱਲ ਚਲੇ ਜਾਈਏ ਤੇ ਉੱਥੇ ਵੀ ਇੱਕ ਪਰਿਵਾਰ ਆ ਸਾਬਕਾ, ਉਹ ਵੀ ਮਰਹੂਮ ਕੈਬਨਿਟ ਮੰਤਰੀ ਰਹੇ ਨੇ, ਸ਼ੇਰ ਸਿੰਘ ਗਾਗੋਵਾਲ, ਤੇ ਉਹਨਾਂ ਦੀ ਵੀ ਨੂੰਹ ਨੇ ਗੁਰਪ੍ਰੀਤ ਕੌਰ ਗਾਗੋਵਾਲ। ਉਹ ਕਹਿੰਦੇ ਜੀ ਸਾਡੇ ਪਰਿਵਾਰ ਨੂੰ ਵੀ ਟਿਕਟ ਮਿਲਣੀ ਚਾਹੀਦੀ ਹੈ। ਬਹੁਤ ਸਾਰੇ ਪਰਿਵਾਰ ਲੱਗੇ ਹੋਏ ਆ। ਇੱਕ ਪਾਸੇ ਤਾਂ ਇਹ ਵੀ ਗੱਲ ਠੀਕ ਹੈ ਕਿ ਬਹੁਤ ਸਾਰੇ ਪਰਿਵਾਰ ਕਈ ਸਾਲਾਂ ਤੋਂ, ਕਈ ਦਹਾਕਿਆਂ ਤੋਂ ਕਿਸੇ ਇੱਕ ਖਾਸ ਪਾਰਟੀ ਨਾਲ ਜੁੜੇ ਹੁੰਦੇ ਆ, ਤੇ ਉਹ ਚਾਹੁੰਦੇ ਨੇ ਕਿ ਵਕਤ ਆਉਣ ਤੇ ਉਹਨਾਂ ਦੀ ਜਿਹੜੀ ਇਹ ਲੋਇਲਟੀ ਆ, ਜਿਹੜੀ ਉਹਨਾਂ ਦੇ ਨਾਲ ਲਗਾਤਾਰ ਉਹ ਰੱਖਦੇ ਨੇ, ਉਹਨਾਂ ਦੇ ਨਾਲ ਜੁੜੇ ਰਹਿੰਦੇ ਨੇ, ਉਸ ਦਾ ਕਿਸੇ ਨਾ ਕਿਸੇ ਤਰ੍ਹਾਂ ਉਹਨਾਂ ਨੂੰ ਜਿਹੜਾ ਉਹਦਾ ਮੁੱਲ ਪਵੇ, ਜਾਂ ਉਹਨਾਂ ਦੀ ਇਸ ਯੋਗਦਾਨ ਨੂੰ ਮੰਨਿਆ ਜਾਵੇ ਟਿਕਟ ਦੇ ਰੂਪ 'ਚ ਜਾਂ ਕਿਸੇ ਹੋਰ ਰੂਪ ਦੇ ਵਿੱਚ। ਦੂਸਰੇ ਪਾਸੇ ਇੱਕ ਇਹਦਾ ਹੋਰ ਪਹਿਲੂ ਆ, ਉਹ ਇਹ ਪਹਿਲੂ ਵੀ ਆ ਕਿ ਕਈ ਵਾਰੀ ਜਿਹੜੇ ਪਰਿਵਾਰ ਜੁੜੇ ਹੁੰਦੇ ਆ, ਉਹ ਇੱਕ ਤਰ੍ਹਾਂ ਦਾ ਆਪਣਾ ਇਹ ਹੱਕ ਸਮਝਣ ਲੱਗ ਜਾਂਦੇ ਆ ਕਿ ਜੇ ਅਸੀਂ ਜੁੜੇ ਆ ਤੇ ਸਾਨੂੰ ਤਾਂ ਟਿਕਟ ਮਿਲਣੀ ਹੀ ਮਿਲਣੀ ਆ। ਟਿਕਟ ਦੀ ਗੱਲ ਨਹੀਂ, ਤੁਸੀਂ ਦੇਖੋ ਕਈ ਪਰਿਵਾਰ ਜਿਹੜੇ ਆ, ਹੁਣ ਜੇ ਮੈਂ ਕਾਂਗਰਸ ਵੱਲ ਵੀ ਆਵਾਂ, ਪਿਛਲੇ ਦਿਨਾਂ ਦੇ ਵਿੱਚ ਜੇ ਆਪਾਂ ਨਾਮ ਲੈਣੇ ਸ਼ੁਰੂ ਵੀ ਕਰ ਦਈਏ ਤੇ ਕਿੰਨਿਆਂ ਲੋਕਾਂ ਨੇ, ਕਿੰਨੇ ਵਿਧਾਇਕਾਂ ਨੇ, ਕੈਬਨਿਟ ਮੰਤਰੀਆਂ ਨੇ ਆਪਣੇ ਮੁੰਡਿਆਂ ਨੂੰ ਤਰਜੀਹ ਤੇ ਪਹਿਲ ਦੇ ਤੌਰ ਤੇ ਨੌਕਰੀਆਂ ਦਿਵਾਉਣ ਦੀ ਕੋਸ਼ਿਸ਼ ਕੀਤੀ। ਕਿਸੇ ਨੂੰ ਡਾਇਰੈਕਟਰ ਲਵਾ ਲਿਆ, ਕਿਸੇ ਨੂੰ ਨਾਇਬ ਤਹਿਸੀਲਦਾਰ ਲਵਾ ਲਿਆ, ਕਿਸੇ ਨੂੰ ਇੰਸਪੈਕਟਰ ਲਵਾ ਲਿਆ। ਸੋ ਜੇ ਪਰਿਵਾਰਾਂ ਨੇ ਸਾਰੇ ਜਿਨ੍ਹਾਂ ਦੀ ਖੁਸ਼ਹਾਲੀ ਹੋਈ ਆ ਕਿਸੇ ਪਾਰਟੀ ਦੇ ਨਾਲ ਲੱਗ ਕੇ, ਤੇ ਬਾਰ-ਬਾਰ ਉਹਨਾਂ ਨੇ ਟਿਕਟਾਂ ਮੰਗਣੀਆਂ, ਤੇ ਫਿਰ ਜੇ ਅਸੀਂ ਇਸ ਤਰ੍ਹਾਂ ਕਹਿੰਦੇ ਆ ਕਿ ਨਵੇਂ ਚਿਹਰੇ, ਕੋਈ ਬੁੱਧੀਜੀਵੀ ਚਿਹਰੇ, ਕੋਈ ਸੋਚਵਾਨ ਚਿਹਰੇ, ਕੋਈ ਸੂਝਵਾਨ ਚਿਹਰੇ, ਇਹ ਕਿਵੇਂ ਆਉਣਗੇ? ਸੋ ਇਹ ਦੋਨੇ ਪਹਿਲੂ ਆ, ਇਹ ਦੋਨੇ ਪਹਿਲੂਆਂ ਤੇ ਵਿਚਾਰ ਰੱਖਣਾ ਚਾਹੀਦਾ। ਠੀਕ ਹੈ, ਕਿਸੇ ਦੀ ਕੰਟਰੀਬਿਊਸ਼ਨ, ਕਿਸੇ ਦਾ ਯੋਗਦਾਨ ਬਹੁਤ ਵਧੀਆ ਕਿਸੇ ਖਾਸ ਇੱਕ ਪਾਰਟੀ ਲਈ ਹੋਣਾ ਚਾਹੀਦਾ, ਲੇਕਿਨ ਜਿਹੜਾ ਮੈਨੂੰ ਲੱਗਦਾ ਕੋਈ ਵੀ ਸੂਝਵਾਨ ਵਿਅਕਤੀ ਹੁੰਦਾ, ਸੋਝੀ ਵਾਲਾ ਹੁੰਦਾ, ਉਹ ਸਾਰੇ ਸਮਾਜ ਦਾ ਹੁੰਦਾ, ਤੇ ਉਹ ਕਿਸੇ ਵੀ ਪਾਰਟੀ 'ਚ ਜਾਵੇ, ਜੇ ਉਹਨੂੰ ਕੰਮ ਕਰਨ ਦਾ ਮੌਕਾ ਮਿਲੇ ਤੇ ਉਹ ਵਧੀਆ ਕਾਰਗੁਜ਼ਾਰੀ ਕਰ ਸਕਦਾ। ਜੇ ਆਪਾਂ ਕੰਵਰ ਸੰਧੂ ਦੀ ਐਗਜ਼ਾਮਪਲ ਫੇਰ ਦੁਬਾਰਾ ਤੁਹਾਡੀ ਮੈਂ ਲੈ ਆਵਾਂ, ਤੇ ਮੈਨੂੰ ਲੱਗਦਾ ਉਹ ਉਨੇ ਹੀ ਕਾਮਯਾਬ ਕਾਂਗਰਸ 'ਚ ਵੀ ਹੋ ਸਕਦੇ ਸੀ, ਉਹ ਸ਼੍ਰੋਮਣੀ ਅਕਾਲੀ ਦਲ 'ਚ ਵੀ ਹੋ ਸਕਦੇ ਸੀ। ਇਹ ਉਹਨਾਂ ਨੇ ਦੇਖਣਾ ਕਿ ਉਹਨਾਂ ਦੀ ਵਿਚਾਰਧਾਰਾ ਕਿਹਦੇ ਨਾਲ ਮੇਲ ਖਾਂਦੀ ਆ। ਲੇਕਿਨ ਸਾਨੂੰ ਜ਼ਰੂਰਤ ਆ ਇਹਨਾਂ ਲੋਕਾਂ ਦੀ, ਚਾਹੇ ਉਹ ਲੇਖਕ ਹੋਣ, ਚਾਹੇ ਉਹ ਕਿਸੇ ਤਰ੍ਹਾਂ ਬੁੱਧੀਜੀਵੀ ਹੋਣ, ਫਿਲਾਸਫਰ ਹੋਣ, ਥਿੰਕਰਸ ਹੋਣ, ਉਹਨਾਂ ਨੂੰ ਅੱਗੇ ਆਉਣ ਦੀ ਬਹੁਤ ਲੋੜ ਆ ਔਰ ਸੇਧ ਦੇਣ ਦੀ ਲੋੜ ਆ। ਕਿਤੇ ਨਾ ਕਿਤੇ ਅਸੀਂ ਉਹ ਜਿਹੜੇ ਸਧਾਰਨ ਵਿਅਕਤੀ ਜਿਹੜੇ ਲਿਆ ਕੇ, ਜਾਂ ਕੋਈ ਸੈਲੀਬ੍ਰਿਟੀਜ਼ ਲਿਆ ਕੇ, ਸਨੀ ਦਿਓਲ ਦੀ ਮੈਂ ਐਗਜ਼ਾਮਪਲ ਜ਼ਰੂਰ ਦੇਣਾ ਚਾਹੂੰਗਾ, ਗੁਰਦਾਸਪੁਰ ਦੇ, ਅਸੀਂ ਉਹਨਾਂ ਨੂੰ ਲਿਆਂਦਾ ਭਾਜਪਾ ਨੇ, ਉੱਥੋਂ ਦਾ MP ਵੀ ਬਣਾਇਆ, ਲੇਕਿਨ ਉਸ ਤੋਂ ਬਾਅਦ ਤੁਸੀਂ ਦੇਖੋ ਉਹ ਲਗਾਤਾਰ ਪੰਜਾਬ ਚੋਂ ਗਾਇਬ ਆ। ਔਰ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਉਦਾਹਰਨਾਂ ਤੁਹਾਨੂੰ ਇਤਿਹਾਸ ਦੇ ਵਿੱਚੋਂ ਵੀ ਮਿਲ ਜਾਣਗੀਆਂ, ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਲੋਕੀ ਆਉਣ, ਲੋਕਾਂ ਦਾ ਦੁੱਖ ਦਰਦ ਦੇਖਣ, ਨਾ ਉਹ ਕਿਸਾਨੀ ਅੰਦੋਲਨ ਦੇ ਨਾਲ ਖੜੇ, ਤੇ ਨਾ ਹੀ ਉਹ ਪੰਜਾਬ ਦੇ ਲੋਕਾਂ ਦੇ ਨਾਲ ਖੜੇ, ਤੇ ਨਾ ਹੀ ਉਹ ਭਾਜਪਾ ਦੇ ਨਾਲ ਖੜੇ, ਉਹ ਬਿਲਕੁਲ ਹੀ ਸੀਨ ਤੋਂ ਗਾਇਬ ਹੋ ਗਏ। ਸੋ ਇਸ ਤਰ੍ਹਾਂ ਦੀਆਂ ਵੀ ਉਦਾਹਰਨਾਂ ਹੈਗੀਆਂ। ਸੋ ਸਾਰੇ ਪਹਿਲੇ ਸਾਨੂੰ ਵਿਚਾਰਨ ਦੀ ਲੋੜ ਆ, ਲੇਕਿਨ ਮੈਨੂੰ ਲੱਗਦਾ ਕਿ ਜਿਹੜੀ ਸਾਡੀ ਰਾਜਨੀਤੀ ਆ, ਸਿਆਸਤ ਆ, ਇਹਨੂੰ ਸੇਧ ਦੇਣ ਦੀ ਤੇ ਇਹਦੇ ਵਿੱਚ ਯੋਗਦਾਨ ਦੀ, ਚੰਗੇ ਵਿਅਕਤੀਆਂ ਦਾ, ਸੂਝਵਾਨ ਵਿਅਕਤੀਆਂ ਦੀ ਬਹੁਤ ਲੋੜ ਹੈ ਜੀ। ਮਨਪ੍ਰੀਤ ਜੀ, ਜਿੱਤਣ ਵਾਲੇ ਨੂੰ ਟਿਕਟ ਦੇਣਾ ਚਾਹੁੰਦੀਆਂ ਪਾਰਟੀਆਂ, ਸਰਮਾਏਦਾਰ ਨੂੰ ਟਿਕਟ ਦੇਣਾ ਚਾਹੁੰਦੀਆਂ ਪਾਰਟੀਆਂ, ਜਿਹੜੇ ਲੋੜ ਪੈਣ ਤੇ ਖੁੱਲੇ ਪੈਸੇ, ਖੁੱਲਾ ਹੱਥ ਰੱਖ ਸਕੇ, ਖਰਚ ਸਕੇ। ਔਰ ਇਹ ਇੱਕ ਸੁਨੇਹਾ ਬੜਾ ਵੱਡਾ ਹੈ ਕਿ ਜਿਨ੍ਹਾਂ ਦੇ ਰਾਜ ਵਿੱਚ ਕਹਿੰਦੇ ਹੁੰਦੇ ਸੀ ਸੂਰਜ ਨਹੀਂ ਡੁੱਬਦਾ, ਜਾਂ ਦੂਜੇ ਨਜ਼ਰੀਓਂ ਕਹਿ ਲਓ ਕਿ ਜਿਨ੍ਹਾਂ ਦਾ ਪਰਚਮ ਬੁਲੰਦ ਸੀ, ਉਹ ਦੂਜੀ ਪੀੜ੍ਹੀ ਜਾਂ ਤੀਜੀ ਪੀੜ੍ਹੀ ਤੱਕ ਆਉਂਦਿਆਂ ਕਿਵੇਂ ਉਸੇ ਖੇਤਰ ਦੇ ਵਿੱਚ ਸਟਰਗਲ ਕਰਦੇ ਨਜ਼ਰ ਆਉਂਦੇ ਆ। ਸੋ ਜਿਹੜੇ ਅੱਜ ਇਹ ਸਮਝਦੇ ਆ ਕਿ ਸਾਡੇ ਤਾਂ ਰਾਜ ਨੇ ਮੁੱਕਣਾ ਨਹੀਂ, ਸਾਡੀ ਤਾਂ ਪਾਵਰ ਅਥਾਹ ਪਾਵਰ ਹੈ, ਇਹ ਪਾਵਰ ਨਾਲ ਜੇ ਉਹ ਥ੍ਰੈਟ ਕਰਦੇ ਆ ਦੂਜਿਆਂ ਨੂੰ, ਤਾਂ ਉਹਨਾਂ ਨੂੰ
ਇਹੋ ਜਿਹੀਆਂ ਉਦਾਹਰਨਾਂ ਤੋਂ ਸਬਕ ਲੈ ਲੈਣੇ ਚਾਹੀਦੇ ਆ ਕਿ ਇੱਥੇ ਪਹਿਲਾਂ ਵੀ ਮੁੱਖ ਮੰਤਰੀ ਹੋਏ ਤੇ ਗਾਂ ਵੀ ਮੁੱਖ ਮੰਤਰੀ ਹੋਣਗੇ। ਜਦੋਂ ਤੁਸੀਂ ਪਾਵਰ 'ਚ ਹੋਵੋ ਉਦੋਂ ਜ਼ਿਆਦਾ ਜ਼ਿੰਮੇਵਾਰੀ ਨਾਲ ਕੰਮ ਕਰੋ। ਖੈਰ, ਪ੍ਰਵਚਨ ਦੇਣ ਲੱਗਿਆ ਮੈਂ ਤਾਂ ਕਈ ਵਾਰੀ ਸੋਚਦਾ ਹੁੰਦਾ, ਸ਼ਰਮ ਆਉਣ ਲੱਗ ਪੈਂਦੀ ਆ, ਅਸੀਂ ਬਹੁਤ ਛੋਟੇ ਲੋਕ ਐ, ਇਹੋ ਜਿਹੀਆਂ ਗੱਲਾਂ ਕਰਦੇ ਚੰਗੇ ਨਹੀਂ ਲੱਗਦੇ, ਲੋਕ ਸੁਣਦੇ ਵੀ ਨਹੀਂ। ਤੇ ਮੈਂ ਇਸ ਤੋਂ ਅਗਲੀ ਗੱਲ ਤੇ ਜਿੱਥੇ ਜਾਣਾ ਚਾਹੁੰਦਾ ਉਹ ਇਹ ਹੈ ਕਿ ਕਿਸਾਨ ਆਗੂਆਂ ਨੇ ਅੱਜ ਫੈਸਲਾ ਲੈਣਾ ਹੈ। ਅੱਜ ਫੈਸਲਾਕੁਨ ਹੋਣ ਵਾਲਾ ਹੈ ਦਿਨ ਕਿ ਪੰਜਾਬ ਦੀ ਰਾਜਨੀਤੀ ਕਿਸ ਦਿਸ਼ਾ ਨੂੰ ਜਾਊਗੀ। ਜੇ ਤਾਂ ਜਿਹੜੇ ਸੰਘਰਸ਼ੀ ਉਹਦੇ ਮੁੜ ਆਏ, ਜੇ ਤਾਂ ਉਹ ਵਾਪਸ ਆ ਗਏ, ਫਿਰ ਉਹ ਰਾਜਨੀਤੀ ਚਾਹਣਗੇ। ਆਉਂਦੇ ਦਿਨਾਂ ਦੇ ਵਿੱਚ ਪੰਜਾਬ ਦੇ ਕਈ ਕੋਨਿਆਂ ਦੇ ਵਿੱਚ ਜਿੱਤ ਦੇ ਜਸ਼ਨ ਵੀ ਹੋਣਗੇ, ਪੰਜਾਬ ਦੀ ਰਾਜਨੀਤੀ ਦੇ ਵਿੱਚ ਹਲਚਲ ਵੀ ਵਧੂਗੀ। ਤੇ ਇਹ ਸਾਰੀਆਂ ਚੀਜ਼ਾਂ ਨੇ ਅੱਜ ਦੇ ਦਿਨ ਦੇ ਵਿੱਚ ਵਾਪਰਨਾ ਹੈ। ਇਹਦੇ ਤੇ ਟਿੱਪਣੀ ਦੇ ਦਿਓ, ਕਿਉਂਕਿ 2-3 ਆਗੂਆਂ ਦੇ ਬਿਆਨ ਵੀ ਆਏ ਆ। ਉਗਰਾਹਾਂ ਸਾਹਿਬ ਕਹਿੰਦੇ ਆ ਕਿ ਜਿੱਤ ਤੱਕ ਜਾਰੀ ਰਹੂਗਾ ਇਹ ਸੰਘਰਸ਼, ਸਾਰੀਆਂ ਮੰਗਾਂ ਮੰਨੇ ਜਾਣ ਤੱਕ। ਤੇ ਡੱਲੇਵਾਲ ਵੀ ਕੁਝ ਕਹਿ ਰਹੇ ਆ ਤੇ ਹੋਰ ਵੀ ਕੁਝ ਕਿਸਾਨ ਆਗੂਆਂ ਨੇ ਕੁਝ ਕਿਹਾ। ਕੀ ਕਹਿੰਦੇ ਹੋ? ਰੰਧਾਵਾ ਜੀ, ਅੱਜ ਬੜੀ ਅਹਿਮ ਬੈਠਕ ਹੋਣ ਜਾ ਰਹੀ ਆ ਤੇ ਮਾਫ ਕਰਨਾ, ਕੱਲ ਇਹ ਬੈਠਕ ਹੋਣ ਜਾ ਰਹੀ ਆ ਤੇ ਇਹ ਬੈਠਕ ਦੇ ਵਿੱਚ ਜਿਹੜੇ ਕਿਸਾਨ ਆਗੂ ਆ ਉਹ ਇਹ ਫੈਸਲਾ ਲੈਣਗੇ ਕਿ ਸਾਡਾ ਜਿਹੜਾ ਇਹ ਅੰਦੋਲਨ ਆ ਉਹ ਕਿਹੜੀ ਦਿਸ਼ਾ ਨੂੰ ਜਾਊਗਾ। ਦੇਖੋ, ਸਾਡਾ ਸਾਰੇ ਲੋਕਾਂ ਦਾ ਨਹੀਂ, ਜਿਨ੍ਹਾਂ ਅੱਜ ਦਾ ਅੱਜ ਅੱਜ 4 ਤਰੀਕ ਹੈ, ਅੱਜ ਮੀਟਿੰਗ ਹੈ, ਇਹ ਅੱਜ ਹੈ ਹਾਂ ਮੀਟਿੰਗ। ਹਾਂ, ਮਾਫੀ ਚਾਹੁੰਦਾ ਤੁਹਾਡੇ ਤੋਂ, ਮਾਫੀ ਚਾਹੁੰਦਾ। ਹਾਂਜੀ। ਅੱਜ ਹੀ ਉਹ ਅਹਿਮ ਬੈਠਕ ਹੋਣ ਜਾ ਰਹੀ ਆ। ਦੇਖੋ, ਸਾਡੇ ਸਾਰੇ ਲੋਕਾਂ ਦਾ ਜਿਨ੍ਹਾਂ ਦਾ ਸਮਰਥਨ ਆ ਇਸ ਅੰਦੋਲਨ ਨੂੰ, ਸ਼ੁਰੂ ਤੋਂ ਕਿਸਾਨੀ ਅੰਦੋਲਨ ਨੂੰ ਰਿਹਾ, ਜਿਨ੍ਹਾਂ ਦੀ ਸੰਵੇਦਨਾਵਾਂ ਇਹਨਾਂ ਨਾਲ ਜੁੜੀਆਂ ਨੇ, ਉਹ ਚਾਹੁੰਦੇ ਨੇ, ਕਿਉਂਕਿ ਸੰਵੇਦਨਾਵਾਂ ਕਿਸੇ ਹੋਰ ਤਰ੍ਹਾਂ ਦੀਆਂ, ਉਹ ਪਰਿਵਾਰਾਂ ਦੇ ਨਾਲ ਜੁੜੀਆਂ, ਉਹਨਾਂ ਬੱਚਿਆਂ ਨਾਲ ਜੁੜੀਆਂ, ਬਜ਼ੁਰਗਾਂ ਨਾਲ, ਔਰਤਾਂ ਨਾਲ, ਜਿਹੜੀਆਂ 1 ਸਾਲ ਤੋਂ ਵੀ ਵੱਧ ਸਮੇਂ ਉੱਥੇ ਬੈਠੇ ਆ ਔਰ ਕਿੰਨਾ ਹਾਲਾਤਾਂ 'ਚ ਬੈਠੇ ਆ। ਉਹ ਸਾਰੇ ਚਾਹੁੰਦੇ ਆ ਕਿ ਘਰ ਵਾਪਸ ਆ ਜਾਣ, ਆਮ ਜਿਹੜੀ ਜ਼ਿੰਦਗੀ ਹੈ ਉਹ ਫਿਰ ਤੋਂ ਜੀ ਸਕਣ। ਇਸ ਦੌਰਾਨ ਤੁਸੀਂ ਦੇਖੋ, 3 ਦਸੰਬਰ ਤੱਕ 710 ਕਿਸਾਨਾਂ ਦੀ ਮੌਤ ਹੋ ਜਾਂਦੀ ਆ। ਤੇ ਫਿਰ ਜਦੋਂ ਪਾਰਲੀਮੈਂਟ ਦੇ ਵਿੱਚ ਜਾ ਕੇ ਇਹੀ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਕਹਿੰਦੀ ਹੈ ਕਿ ਸਾਡੇ ਕੋਲ ਕੋਈ ਅੰਕੜਾ ਨਹੀਂ ਆ, ਨਰਿੰਦਰ ਸਿੰਘ ਤੋਮਰ ਖੇਤੀਬਾੜੀ ਮੰਤਰੀ ਕਹਿੰਦੇ ਸਾਡੇ ਕੋਲ ਅੰਕੜਾ ਨਹੀਂ, ਤੇ ਫਿਰ ਰਾਹੁਲ ਗਾਂਧੀ ਕਹਿੰਦੇ ਆ ਅੰਕੜੇ ਸਾਡੇ ਤੋਂ ਲੈ ਲਓ, ਸੂਬਾ ਸਰਕਾਰਾਂ ਤੋਂ ਲੈ ਲਓ। ਇਹ ਤੁਹਾਡਾ ਕੋਈ ਐਕਸਕਿਊਜ਼ ਨਹੀਂ ਹੋ ਸਕਦੀ, ਤੁਹਾਡੀ ਇਸ ਤਰ੍ਹਾਂ ਦੀ ਅਣਗਹਿਲੀ ਨਾ ਕਰੋ। ਤੁਸੀਂ ਉਹੀ ਵਿਅਕਤੀ ਹੋ, ਜਦੋਂ 11 ਦੌਰ ਦੀ ਗੱਲਬਾਤ ਹੁੰਦੀ ਸੀ ਤੁਸੀਂ ਉੱਥੇ ਜਾ ਕੇ ਸ਼ਰਧਾਂਜਲੀਆਂ ਦਿੰਦੇ ਸੀ, ਤੁਸੀਂ ਮੌਨ ਰੱਖਦੇ ਸੀ ਉਹਨਾਂ ਦੀ ਯਾਦ ਦੇ ਵਿੱਚ, ਤੇ ਇਹ ਉਹੀ ਕਿਸਾਨ ਨੇ। ਸੋ ਇਸ ਕਰਕੇ ਪਹਿਲਾਂ ਤਾਂ ਇਹਨਾਂ ਨੂੰ ਬਣਦਾ ਮੁਆਵਜ਼ਾ ਦਿਓ। ਹੁਣ ਜਿੱਥੋਂ ਤੱਕ ਵਾਪਸ ਆਉਣ ਦੀ ਗੱਲ ਆ, ਜਿਹੜੀ ਅੱਜ ਬੜੀ ਅਹਿਮ ਮੀਟਿੰਗ ਹੋਣ ਜਾ ਰਹੀ ਆ, ਦੇਖੋ ਜਿਹੜੇ ਸੰਕੇਤ ਆ ਰਹੇ ਆ ਇਹਦੇ ਵਿੱਚ ਕੋਈ ਗੱਲ ਨਹੀਂ ਹੈਗੀ ਕਿ ਮਤਭੇਦ ਬਿਲਕੁਲ ਹੈਗੇ ਨੇ। ਜੋਗਿੰਦਰ ਸਿੰਘ ਉਗਰਾਹਾਂ ਹੋਣ, ਜਗਜੀਤ ਸਿੰਘ ਡੱਲੇਵਾਲ ਹੋਣ, ਹਰਮੀਤ ਸਿੰਘ ਕਾਦੀਆਂ ਹੋਣ, ਇਹ ਸਾਰੇ ਆਪਸ ਦੇ ਵਿੱਚ 32 ਜਿਹੜੀਆਂ ਪੰਜਾਬ ਦੀਆਂ ਜਥੇਬੰਦੀਆਂ ਤੇ ਜਿਹੜੀਆਂ ਟੋਟਲ 42 ਜਥੇਬੰਦੀਆਂ ਇਸ ਤੇ ਫੈਸਲਾ ਲੈਣਗੀਆਂ। ਸੰਯੁਕਤ ਕਿਸਾਨ ਮੋਰਚਾ ਇਸ ਤੇ ਫੈਸਲਾ ਲਊਗਾ, ਲੇਕਿਨ ਜਿਹੜੀਆਂ 6 ਮੰਗਾਂ ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ 'ਚ ਲਿਖ ਕੇ ਭੇਜੀਆਂ, ਉਹ ਚਾਹੁੰਦੇ ਆ ਇਸ ਤੇ ਵਿਚਾਰ ਜ਼ਰੂਰ ਹੋਵੇ। ਦੇਖੋ, MSP ਇੱਕ ਬਹੁਤ ਵੱਡਾ, ਜੇ ਦੇਖਿਆ ਜਾਵੇ ਰੰਧਾਵਾ ਜੀ, ਹਜੇ ਤੱਕ ਇਹ ਖੇਤੀ ਕਾਨੂੰਨ ਵਾਪਸ ਹੋਣ ਨਾਲ ਕੁਝ ਹੋਇਆ ਨਹੀਂ। ਹਾਲਾਂਕਿ ਭਾਰਤੀ ਜਨਤਾ ਪਾਰਟੀ ਦੇ ਸਾਰੇ ਆਗੂ ਚਾਹੁੰਦੇ ਆ ਕਿ ਇੱਕੋ ਦਮ ਕਿਸਾਨ ਉੱਥੋਂ ਜਿਹੜੇ ਸਥਾਨ ਆ, ਤਿੱਕਰੀ ਬਾਰਡਰ ਦੇ, ਸਿੰਘੂ ਬਾਰਡਰ ਦੇ, ਗਾਜ਼ੀਪੁਰ ਬਾਰਡਰ ਦੇ, ਸ਼ਾਹਜਹਾਨਪੁਰ ਬਾਰਡਰ ਦੇ, ਉਹ ਖਾਲੀ ਕਰ ਦੇਣ, ਤਾਂ ਕਿ ਭਾਰਤੀ ਜਨਤਾ ਪਾਰਟੀ ਦੀ ਜਿੱਤ ਲੱਗੇ ਕਿ ਦੇਖੋ ਇਹਨਾਂ ਨੇ ਤਾਂ ਕਮਾਲ ਦਾ ਫੈਸਲਾ ਲੈ ਲਿਆ, ਤੇ ਦੂਸਰੇ ਪਾਸੇ ਕਿਸਾਨ ਘਰਾਂ ਨੂੰ ਚਲੇ ਜਾਣ। ਚਾਹੁੰਦੇ ਉਹ ਆ, ਲੇਕਿਨ ਕਿਸਾਨਾਂ ਨੂੰ ਕਿਤੇ ਨਾ ਕਿਤੇ ਇਹ ਜ਼ਰੂਰ ਪਤਾ ਕਿ ਜੇ MSP ਦੀ ਕਮੇਟੀ ਬਣਨ ਜਾ ਰਹੀ ਆ, 5 ਵਿਅਕਤੀ ਅਸੀਂ ਦੇਣੇ ਆ, ਸਾਨੂੰ ਘੱਟੋ ਘੱਟ ਇਹ ਪਤਾ ਲੱਗੇ ਕਿ ਉਹਦੀਆਂ ਟਰਮਸ ਤੇ ਕੰਡੀਸ਼ਨਸ ਕੀ ਆ, ਕੀ ਉਹਦਾ ਦਾਇਰਾ ਰਹੇਗਾ, ਕਿਸ ਤਰ੍ਹਾਂ ਉਹ ਕਿਹੜੇ ਪਾਸੇ ਕੰਮ ਕਰੂਗੀ, ਸਾਨੂੰ ਇਹਦਾ ਵੀ ਪਤਾ ਹੋਵੇ। ਜਿਹੜੀਆਂ ਸਾਡੀਆਂ ਹੋਰ ਮੰਗਾਂ ਨੇ, ਚਾਹੇ ਲਖੀਮਪੁਰ ਖੀਰੀ ਵਾਲੇ 3 ਅਕਤੂਬਰ ਵਾਲੇ ਉਸ ਇਨਸੀਡੈਂਟ ਨੂੰ ਲੈ ਕੇ ਅਜੇ ਕੁਮਾਰ ਮਿਸ਼ਰਾ ਦੀ ਬਰਖਾਸਤੀ ਦਾ ਸਵਾਲ ਆ, ਇਸੇ ਤਰ੍ਹਾਂ ਮੁਆਵਜ਼ੇ ਦਾ ਸਵਾਲ ਆ, ਇਸੇ ਤਰ੍ਹਾਂ ਬਹੁਤ ਸਾਰੇ ਕਿਸਾਨਾਂ ਤੇ, ਖਾਸ ਤੌਰ ਤੇ ਜਿਹੜੇ ਭਾਜਪਾ ਵੱਲੋਂ ਸ਼ਾਸਿਤ ਜਾਂ ਐਡਮਿਨਿਸਟਰਡ ਜਿੱਥੇ ਇਹਨਾਂ ਦੀਆਂ ਸਰਕਾਰਾਂ ਨੇ, ਉਹਨਾਂ ਸੂਬਿਆਂ ਵਿੱਚ ਕੇਸ ਦਰਜ ਹੋਏ ਨੇ, ਉੱਤਰਾਖੰਡ, ਹਿਮਾਚਲ ਪ੍ਰਦੇਸ਼, ਇਸੇ ਤਰ੍ਹਾਂ ਹੋਰ ਜਿਹੜੇ ਰਾਜਾਂ ਦੇ ਵਿੱਚ ਜਿਹੜੇ ਕੇਸ ਦਰਜ ਹੋਏ, ਖਾਸ ਤੌਰ ਤੇ ਹਰਿਆਣੇ ਦੇ ਵਿੱਚ, ਇਹ ਸਾਰੇ ਰਾਜਾਂ ਦੇ ਵਿੱਚ ਜਿਹੜੇ ਕੇਸ ਦਰਜ ਹੋਏ ਆ, ਉਹ ਵਾਪਸ ਹੋਣੇ ਬਹੁਤ ਲਾਜ਼ਮੀ ਨੇ। ਇਸ ਮੁਤਲਕ ਉਹਨਾਂ ਦੀ ਇੱਕ ਮਨੋਹਰ ਲਾਲ ਖੱਟਰ ਜਿਹੜੇ ਹਰਿਆਣਾ ਦੇ ਮੁੱਖ ਮੰਤਰੀ ਆ, ਉਹ ਬੈਠਕ ਵੀ ਹੋ ਚੁੱਕੀ ਹੈ। ਸੋ ਇਹ ਸਾਰੀਆਂ ਚੀਜ਼ਾਂ ਨੂੰ ਵਿਚਾਰਦੇ ਹੋਏ ਆਗੂਆਂ ਨੂੰ ਪਤਾ ਕਿ ਜੇ ਇੰਨੀ ਦੇਰ ਤੱਕ ਬੈਠ ਲਈਏ, ਮੰਨ ਲਓ ਜੇ ਹਫ਼ਤਾ 10 ਦਿਨ ਹੋਰ ਬੈਠਣਾ ਪੈਂਦਾ ਔਰ ਆਪਣੀਆਂ ਕੁਝ ਮੰਗਾਂ ਅਸੀਂ ਮਨਾਉਣ 'ਚ ਕਾਮਯਾਬ ਹੁੰਨੇ ਆ, ਉਹ ਸਾਡੀ ਵੱਡੀ ਕਾਮਯਾਬੀ ਹੋਏਗੀ, ਨਾ ਕਿ ਸਿਰਫ ਅਸੀਂ ਖੇਤੀ ਕਾਨੂੰਨ ਰੱਦ ਕਰਵਾ ਕੇ ਖਾਲੀ ਹੱਥ ਵਾਪਸ ਮੁੜ ਜਾਈਏ। ਇਹ ਵੀ ਇੱਕ ਵਿਚਾਰ ਜਿਹੜਾ ਹੈ ਇਹ ਸੰਯੁਕਤ ਕਿਸਾਨ ਮੋਰਚੇ 'ਚ ਬਣ ਰਿਹਾ। ਦੇਖਦੇ ਆ, ਕਿਉਂਕਿ ਦੇਖੋ ਇੱਕ ਗੱਲ ਜ਼ਰੂਰ ਆ,
ਕੇਂਦਰ ਸਰਕਾਰ ਭਾਰਤੀ ਜਨਤਾ ਪਾਰਟੀ ਇਹਨਾਂ ਚੋਣਾਂ ਦੇ ਮੱਦੇਨਜ਼ਰ ਚਾਹੁੰਦੀ ਆ ਕਿ ਜਲਦੀ ਤੋਂ ਜਲਦੀ ਜਿਹੜੇ ਆ ਕਿਸਾਨ ਨੂੰ ਵਾਪਸ ਚਲੇ ਜਾਣ, ਤਾਂ ਕਿ ਉਹ ਲੋਕਾਂ ਅੱਗੇ ਇਹ ਪੇਸ਼ ਕਰ ਸਕਣ ਕਿ ਅਸੀਂ ਇਸ ਮਸਲੇ ਨੂੰ ਫਾਈਨਲੀ ਹੱਲ ਕਰ ਲਿਆ। ਕਿਸਾਨਾਂ ਨੂੰ ਵੀ ਇਸ ਗੱਲ ਦਾ ਪਤਾ, ਉਹ ਵੀ ਇੱਕ ਸਾਲ ਤੋਂ ਵੱਧ ਬੈਠੇ ਆ, ਤੇ ਹੁਣ ਉਹਨਾਂ ਨੂੰ ਵੀ ਸਿਆਸਤ ਦੀਆਂ ਖੇਡਾਂ ਸਮਝ ਆਉਣ ਲੱਗ ਪਈਆਂ, ਇੰਨੇ ਅਨਾੜੀ ਉਹ ਹੈ ਨਹੀਂ। ਸੋ ਇਹ ਸਾਰੀਆਂ ਚੀਜ਼ਾਂ ਤੇ ਅੱਜ ਵਿਚਾਰ ਹੋਏਗਾ, ਉਸ ਤੋਂ ਬਾਅਦ ਹੀ ਮੈਨੂੰ ਲੱਗਦਾ ਜਿਹੜਾ ਫੈਸਲਾ ਉਹ ਆਏਗਾ, ਤੇ ਫਿਰ ਦੇਖਾਂਗੇ ਇਹ ਜਿਹੜਾ ਅੰਦੋਲਨ ਆ ਉਹ ਹੁਣੇ ਖਤਮ ਹੋਊਗਾ ਜਾਂ ਕੁਝ ਦਿਨ ਇਹਨਾਂ ਨੂੰ ਹੋਰ ਲੱਗ ਸਕਦੇ ਆ। ਜੀ ਰੰਧਾਵਾ ਜੀ। ਨੋ ਡਾਊਟ ਅੱਜ ਦਾ ਦਿਨ ਨਿਰਣਾਇਕ ਹੋਣ ਵਾਲਾ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਔਰ ਭਾਰਤੀ ਜਨਤਾ ਪਾਰਟੀ ਦੀ ਸਿਆਸਤ ਦੇ ਨਜ਼ਰੀਓਂ। ਬਹੁਤ ਮਿਹਰਬਾਨੀ। ਬਹੁਤ ਬਹੁਤ ਧੰਨਵਾਦ ਤੁਹਾਡਾ ਰੰਧਾਵਾ ਜੀ।